ਉਹਨਾਂ ਦੇ ਭਤੀਜੇ ਨਾਲ ਨਜ਼ਰ ਆਏ, ਬਹੁਤ ਹੀ ਕਿਊਟ, ਬਹੁਤ ਵੀਡੀਓਜ਼ ਦੇ ਵਿੱਚ ਉਹਨਾਂ ਦੀ ਮੈਨੂੰ ਲੱਗਦਾ ਇੱਕ ਅਲੱਗ ਹੀ ਫੈਨ ਫੋਲੋਇੰਗ ਬਣੀ ਹੋਈ ਹੈ ਸਿੱਧੂ ਕਰਕੇ। ਤੁਸੀਂ ਤੁਹਾਡੀ ਗੋਦੀ 'ਚ ਸੀਗਾ ਕਿ ਉਹਨੇ ਕੋਈ ਆਪਣੇ ਮਤਲਬ ਆਪਣਾ ਕੋਈ ਫੀਲ ਸਾਂਝਾ ਕੀਤਾ, ਉਹ ਸਿੱਧੂ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਨੇ? ਉਹ ਮੇਰੇ ਨਾਲ ਹੀ ਰਿਹਾ ਔਰ ਆਲ ਕੈਂਡਲ ਮਾਰਚ ਤੇ ਮੇਰੀ ਗੋਦੀ 'ਚ ਬੈਠਾ ਸੀਗਾ। ਬਹੁਤ ਕਿਊਟ ਆ ਉਹ, ਤੇ ਮੈਂ ਉਵੇਂ ਉਹ ਤੋਂ ਪੁੱਛ ਲਿਆ, ਮੈਂ ਕਿਹਾ ਵੀ ਚਾਚੂ ਦਾ ਡ੍ਰੀਮ ਆਇਆ ਸੀਗਾ ਤੈਨੂੰ? ਤੇ ਕਹਿੰਦਾ ਆਇਆ ਸੀਗਾ। ਤੇ ਮੈਂ ਕਿਹਾ ਕੀ ਕਹਿੰਦੇ ਸੀਗੇ ਚਾਚੂ? ਤੇ ਕਹਿੰਦਾ ਕਿ ਉਹ ਕਹਿੰਦੇ ਸੀਗੇ ਕਿ ਉਹ ਛੋਟੇ ਹੋਣਗੇ ਤੇ ਆਉਣਗੇ ਤੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਵੀ ਹੋਣਗੇ ਉਹਨਾਂ ਤੇ, ਮਤਲਬ। ਤੇ ਮੈਂ ਕਿਹਾ ਕਦੋਂ ਆਇਆ ਸੀਗਾ ਸੁਪਨਾ? ਕਹਿੰਦਾ ਪਰਸੋਂ ਆਇਆ ਸੀਗਾ। ਮਤਲਬ ਇੱਕ ਛੋਟਾ ਜਿਹਾ ਬੱਚਾ, ਲਾਈਕ ਮੈਨੂੰ ਲੱਗਦਾ ਵੀ ਸਿੱਧੂ ਦੀ ਉਹਦੇ ਨਾਲ ਬਹੁਤ ਅਟੈਚਮੈਂਟ ਸੀਗੀ, ਔਰ ਛੋਟੇ ਬੱਚੇ ਰੱਬ ਦਾ ਰੂਪ ਹੁੰਦੇ ਆ, ਉਹਨਾਂ ਨੂੰ ਸੁਪਨਾ ਆਇਆ ਸੋ ਕਿਤੇ ਨਾ ਕਿਤੇ ਉਹ ਦੁਬਾਰਾ ਆਊਗਾ। ਔਰ ਇਹ ਗੱਲਾਂ ਤੇ ਹੁੰਦੀਆਂ ਹੀ ਨਾ ਕਿ ਤੁਸੀਂ ਫਿਰ ਤੋਂ ਜਨਮ ਲੈ ਕੇ ਆਉਂਦੇ ਹੋ। ਸੋ ਆਈ ਬਿਲੀਵ ਸੋ ਹੋਣਾ ਚਾਹੀਦਾ ਆ। ਮੈਂ ਤੇ ਚਾਹੁੰਦੀ ਹਾਂ ਕਿ ਉਹਦੇ ਮੰਮਾ ਪਾਪਾ ਦੇ ਕੋਲ ਵੀ ਬੇਬੀ ਆਉਣਾ ਚਾਹੀਦਾ, ਤਾਂ ਕਿ ਉਹਨਾਂ ਦਾ ਘਰ ਫਿਰ ਤੋਂ ਆਬਾਦ ਹੋਵੇ ਔਰ ਹਰਿਆ ਭਰਿਆ ਹੋਵੇ। ਉੱਥੇ ਵੀ ਗਏ ਜਿੱਥੇ ਇਹ ਘਟਨਾ, ਇਹ ਹਾਦਸਾ ਵਾਪਰਿਆ, ਜਵਾਰ ਕੇ ਪਿੰਡ ਹੈ ਨਾ। ਉੱਥੇ ਜਾ ਕੇ ਮੈਨੂੰ ਲੱਗਦਾ ਕੋਈ ਅੱਖ ਹੋਏਗੀ ਜਿਹੜੀ ਨਮ ਨਹੀਂ ਹੋਈ, ਕਿਉਂਕਿ ਸਿੱਧੂ ਦਾ ਅਹਿਸਾਸ ਉੱਥੇ ਇੱਦਾਂ ਹੋ ਰਿਹਾ ਸੀਗਾ ਵੀ ਇੱਥੇ ਹੀ ਉਹ ਕਾਂਡ ਹੋਇਆ ਜਿੱਥੇ ਸਿੱਧੂ ਨੂੰ ਅਖੀਰਲੇ ਟਾਈਮ ਦੇ ਵਿੱਚ ਹੈ ਨਾ, ਮਤਲਬ ਸਾਹ ਲਏ ਆ ਉਹਨਾਂ ਨੇ। ਮੰਦਿਰ ਦੇ ਬਿਲਕੁਲ ਸਾਹਮਣੇ ਦੀ ਥਾਂ ਹੈ। ਸੋ ਤੁਸੀਂ ਉੱਥੇ ਜਾ ਕੇ ਜਦ ਉਹਨਾਂ ਮਾਂ-ਬਾਪ ਨੂੰ ਦੇਖ ਰਹੇ ਸੀ, ਉਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀਗਾ, ਅੰਦਰ ਤੁਸੀਂ ਕੀ ਸੋਚ ਰਹੇ ਸੀ? ਦੇਖੋ, ਮੈਨੂੰ ਤੇ ਉਹਦੇ ਮੰਮਾ ਵੱਲ ਨਹੀਂ ਵੇਖਿਆ ਜਾਂਦਾ, ਉਹਦੇ ਫਾਦਰ ਵੱਲ ਨਹੀਂ ਵੇਖਿਆ ਜਾਂਦਾ। ਆਪਾਂ ਤੇ ਫਿਰ ਵੀ ਘਰ ਵਾਪਸ ਆ ਜਾਂਦੇ ਹਾਂ, ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ। ਪਰ ਉਹਦੇ ਮਾਂ ਪਿਓ ਬਾਰੇ ਸੋਚੋ ਯਾਰ। ਉਹਦੇ ਮਾਂ ਪਿਓ ਨੂੰ ਜਦੋਂ ਤੱਕ ਲੋਕੀ ਮਿਲਣ ਆਉਂਦੇ ਹੋਣਗੇ, ਉਦੋਂ ਤੱਕ ਉਹਦੇ ਮਾਂ ਪਿਓ ਥੋੜ੍ਹਾ ਜਿਹਾ ਹੌਸਲਾ ਹੁੰਦਾ। ਜਦੋਂ ਚੱਲ ਜਾਂਦੇ ਹੋਣਗੇ, ਉਦੋਂ ਵਿਚਾਰਿਆਂ ਨੂੰ ਹੌਲ ਪੈਂਦੇ ਹੋਣਗੇ। ਮਤਲਬ ਘਰ ਦੇ ਵਿੱਚ ਬੱਚਾ ਨਹੀਂ ਦਿਖਣਾ, ਔਰ ਇੱਕੋ ਬੱਚਾ ਹੋਣਾ। ਵੈਰੀ ਇਮੋਸ਼ਨਲ ਮੇਰੇ ਤੇ ਗੂਜ਼ ਬੰਪਸ ਖੜੇ ਹੋ ਜਾਂਦੇ ਆ। ਮੈਂ ਨਹੀਂ ਵੇਖ ਸਕਦੀ ਇੰਨਾ ਦੁੱਖ, ਮਤਲਬ ਇੰਨੀਆਂ ਸਾਰੀਆਂ ਚੀਜ਼ਾਂ। ਉਮੀਦ ਜ਼ਿਆਦੇ ਸੀਗੀ, ਪਰ ਕਿਤੇ ਨਾ ਕਿਤੇ ਉਹ ਉਮੀਦ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਈ। ਉਹ ਆਵਾਜ਼ ਜਿਸ ਤਰੀਕੇ ਦੇ ਨਾਲ ਉੱਠਣੀ ਚਾਹੀਦੀ ਸੀਗੀ, ਉਹ ਵੀ ਉੱਠਦੀ ਨਜ਼ਰ ਨਹੀਂ ਆਈ। ਇਹਦੇ ਲਈ ਕੀ ਕਹਿਣਾ ਚਾਹੋਗੇ? ਬੜੇ ਹੀ ਗਿਣਤੀ ਦੇ ਕਲਾਕਾਰ ਉੱਥੇ ਵੇਖੇ ਗਏ। ਰੈਸਟ ਇਨ ਪੀਸ ਤੇ ਹਰ ਕੋਈ ਲਿਖ ਦਿੰਦਾ ਹੈ ਫੋਟੋਆਂ ਦੇ ਉੱਤੇ, ਬਟ ਉਹਨੂੰ ਇਨਸਾਫ ਕੌਣ ਦਿਵਾਊਗਾ? ਵੀ ਉਹ ਮਾਂ ਪਿਓ ਜਿਨ੍ਹਾਂ ਨੇ ਇੱਕ ਬੱਚਾ ਇੰਨਾ ਵੱਡਾ ਕੀਤਾ ਪਾਲ ਕੇ, ਔਰ ਉਹਨੇ ਗੋਲੀਆਂ ਖਾਣ ਵਾਸਤੇ ਥੋੜ੍ਹਾ ਨਾ ਕੀਤਾ ਸੀਗਾ। ਉਹਦੇ ਫਾਦਰ ਕਹਿੰਦੇ ਵੀ ਆਹ ਹਵੇਲੀ ਮੈਨੂੰ ਖਾਣ ਨੂੰ ਆਉਂਦੀ ਹੈ ਅੱਜ, ਹੈ ਨਾ। ਉਹਦੇ ਮੰਮਾ ਕਹਿੰਦੇ ਵੀ ਸਵੇਰੇ ਜਦੋਂ ਵਾਲੀਬਾਲ ਖੇਡਣ ਜਾਂਦਾ ਸੀਗਾ, ਲਾਈਕ ਉਦੋਂ ਜਾਗ ਖੁੱਲ੍ਹ ਜਾਂਦੀ ਹੈ, ਉਸ ਤੋਂ ਬਾਅਦ ਉਹ ਬਾਹਰ ਆ ਜਾਂਦੇ ਆ। ਮਤਲਬ ਇਟਸ ਰੀਅਲੀ ਇਮੋਸ਼ਨਲ ਔਰ ਟਚਿੰਗ ਥਿੰਗਸ। ਔਰ ਸਿੱਧੂ ਨੂੰ ਟ੍ਰਿਬਿਊਟ ਕਰਕੇ ਜਿਨ੍ਹਾਂ ਨੇ ਹਜੇ ਤੱਕ ਪੋਸਟ ਤੱਕ ਨਹੀਂ ਸਾਂਝੀਆਂ ਕੀਤੀਆਂ, ਤੇ ਜੇਕਰ ਏਕਾ ਹੀ ਨਹੀਂ ਹੋਏਗਾ ਸਾਡੇ ਸਿਨੇਮਾ ਦੇ ਵਿੱਚ, ਸਾਡੀ ਇੰਡਸਟਰੀ ਦੇ ਵਿੱਚ, ਤੇ ਕਿਸ ਤਰ੍ਹਾਂ ਇਨਸਾਫ ਦੇ ਲਈ ਜਿਹੜੀ ਹੈ ਉਹ ਆਵਾਜ਼ ਨੂੰ ਬੁਲੰਦ ਕੀਤਾ ਜਾਏ। ਜਿੱਦਣ ਸਿੱਧੂ ਨੇ ਇਲੈਕਸ਼ਨ ਲੜਨੀ ਸੀਗੀ ਕਾਂਗਰਸ 'ਚ, ਜਿੱਦਣ ਸਿੱਧੂ ਗਿਆ ਸੀਗਾ, ਜਿੱਦਣ ਉਹਨੂੰ ਇੰਨੀਆਂ ਗਾਲਾਂ ਪੈ ਰਹੀਆਂ ਸੀਗੀਆਂ, ਕਿਹੜਾ ਕਲਾਕਾਰ ਆਇਆ ਸੀਗਾ ਸਿੱਧੂ ਦੀ ਪੋਸਟ ਸ਼ੇਅਰ ਕਰਨ ਵਾਸਤੇ ਕਿ ਆਈ ਸਪੋਰਟ ਸਿੱਧੂ ਮੂਸੇਵਾਲਾ? ਤੁਹਾਡੇ ਕੋਲ ਜਵਾਬ ਹੈਗਾ? ਕੌਣ ਆਇਆ ਸੀਗਾ? ਮੈਨੂੰ ਲੱਗਦਾ ਪਰਮੀਸ਼ ਨੇ ਪਾਈ ਹੋਣੀ ਹੈ, ਮੈਂ ਪਾਈ ਸੀਗੀ ਸਭ ਤੋਂ ਪਹਿਲਾਂ, ਪਰਮੀਸ਼ ਨੇ ਪਾਈ ਹੈ, ਅਫਸਾਨਾ ਨੇ ਪਾਈ ਹੈ। ਉਦੋਂ ਉਹ ਪੋਸਟ ਅੱਜ ਵੀ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਹੈਗੀ। ਮੈਂ ਨਹੀਂ ਕਹਿੰਦੀ ਵੀ ਮੈਂ ਅਗਲੇ ਬੰਦੇ ਦੇ ਸੁੱਖ ਦੇ ਵਿੱਚ ਨਾਲ ਆ, ਮੈਂ ਦੁੱਖ ਦੇ ਵਿੱਚ ਵੀ ਨਾਲ ਸੀਗੀ। ਮੈਨੂੰ ਸਾਰੇ ਲੋਕੀ ਕਹਿੰਦੇ ਆ ਵੀ ਤੂੰ ਕਾਹਤੋਂ ਅੱਗੇ ਹੋ ਕੇ ਬੋਲਦੀ ਆ, ਤੂੰ ਤੇਰਾ ਟਾਈਮ ਚੱਕਿਆ ਜਾਊਗਾ ਜਾਂ ਆ ਹੋ ਜਾਊਗਾ। ਮੈਂ ਕਿਹਾ ਵੇਖੋ, ਵਾਹਿਗੁਰੂ ਨੇ ਜਿੰਨੀ ਅਕਾਲ ਪੁਰਖ ਨੇ ਲਿਖੀ ਹੋਣੀ ਸਾਰਿਆਂ ਨੇ ਭੁਗਤ ਕੇ ਜਾਣੀ ਹੈ। ਬਟ ਐਟਲੀਸਟ ਐਂਡ ਆਫ ਦ ਡੇ ਮੈਨੂੰ ਇਹ ਤੇ ਹੋਊਗਾ ਨਾ ਅੰਦਰ ਕਿ ਮੈਂ ਇੱਕ ਚੰਗਾ ਕਾਰਜ ਕੀਤਾ, ਮੈਂ ਚੰਗੇ ਦੀ ਗੱਲ ਕੀਤੀ, ਮੈਂ ਇਨਸਾਫ ਦੀ ਗੱਲ ਕੀਤੀ। ਮੈਂ ਕਿਤੇ ਡਿਪਲੋਮੈਟ ਨਹੀਂ ਨਾ ਹੈਗੀ। ਉਹਨਾਂ ਦੇ ਪੇਰੈਂਟਸ ਕਹਿੰਦੇ ਆ ਵੀ ਉਹਨਾਂ ਦੀ ਮੂੰਹ ਤੇ ਕਦੀ ਅਸੀਂ ਸਕੂਨ ਨਹੀਂ ਵੇਖਿਆ।
ਔਰ ਉਹਨਾਂ ਨੇ ਜਿਹੜਾ ਕੰਮ ਕੀਤਾ ਇੰਟਰਨੈਸ਼ਨਲ ਲੈਵਲ ਤੇ, ਸਿੱਧੂ ਦਾ ਨਾਮ ਜਿਹੜਾ ਹੈ ਉਹ ਬੱਚਾ ਬੱਚਾ ਜਾਣਦਾ ਹੈ। ਬਾਵਜੂਦ ਇਸ ਦੇ ਅੱਜ ਹਰ ਕੋਈ ਉਹਨਾਂ ਦਾ ਪੱਖ ਲੈਣ ਲੱਗ ਗਿਆ, ਹਰ ਕੋਈ ਉਹਨਾਂ ਦੇ ਨਾਲ ਦੀ ਗੱਲ ਕਰਨ ਲੱਗ ਗਿਆ। ਮੈਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਬੰਦਾ ਜਿਉਂਦਾ ਹੈ ਉਹਦੀ ਕਦਰ ਨਹੀਂ ਪਾਉਂਦੇ, ਜਦੋਂ ਬੰਦਾ ਮਰ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਣਾ ਸ਼ੁਰੂ ਕਰਦਾ, ਹਾਂ ਵੀ ਉਹ ਚੰਗਾ ਸੀਗਾ। ਮੈਨੂੰ ਆਪਣੇ ਬਾਰੇ ਵੀ ਇਹੀ ਲੱਗਦਾ ਹੈ, ਜਿੱਦਣ ਮੈਂ ਤੇ ਹਮੇਸ਼ਾ ਪੰਜਾਬ ਵਾਸਤੇ ਜਿਉਣੀ ਆ, ਪੰਜਾਬ ਵਾਸਤੇ ਮੁੱਦੇ ਚੱਕਦੀ ਰਹੂੰਗੀ, ਜੋ ਮੇਰਾ ਸੋਸ਼ਲ ਵਰਕ ਹੈ ਉਹ ਮੈਂ ਕਰਦੀ ਰਹੂੰਗੀ। ਜਿੱਦਣ ਮੈਂ ਨਹੀਂ ਰਹੂੰਗੀ ਮੇਰੇ ਬਾਰੇ ਵੀ ਕਹਿਣਗੇ ਭੈਣ ਚੰਗੀ ਹੁੰਦੀ ਸੀਗੀ, ਜੇ ਭੈਣ ਨੇ ਚੰਗਾ ਕੀਤਾ ਸੀਗਾ ਜਾਂ ਕੁਛ ਵੀ ਸੀਗਾ, ਰਾਈਟ। ਦੂਜੇ ਪਾਸੇ ਉੱਥੇ ਹੀ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਮਨਕੀਰਤ ਔਲਖ ਨੂੰ। ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਚੈਨਲ ਦੇ ਨਾਲ ਇੰਟਰਵਿਊ ਵੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਪੱਖ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਇੱਕ ਸਿੱਧੂ ਜਿਹਦਾ ਵਿਆਹ ਹੋਣ ਵਾਲਾ ਸੀਗਾ, ਜਿਹਦੇ ਸ਼ਗਨ ਮਨਾਉਣੇ ਸੀਗੇ, ਇੱਕ ਮਨਕੀਰਤ ਹੈ ਜਿਸ ਦਾ ਵਿਆਹ ਹੋਇਆ, ਉਹਦਾ ਬੇਬੀ ਹੋਣ ਵਾਲਾ ਸੀਗਾ, ਇਸ ਕਰਕੇ ਉਹਨਾਂ ਨੂੰ ਇੰਡੀਆ ਛੱਡ ਵੀ ਜਾਣਾ ਪਿਆ। ਤੁਹਾਨੂੰ ਨਹੀਂ ਲੱਗਦਾ ਕਿ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਪੋਲਿਟਿਕਸ ਪਿੱਛੇ ਜਾਂ ਇਸ ਗੈਂਗਸਟਰਵਾਦ ਨੂੰ ਲੈ ਕੇ ਇਸ ਹੱਦ ਤੱਕ ਟਾਰਗੇਟ ਹੋ ਰਹੀ ਹੈ ਕਿ ਕਿਸੇ ਦੀ ਵੀ ਜਾਨ ਕਿਸੇ ਟਾਈਮ ਵੀ ਜਾ ਸਕਦੀ ਹੈ ਔਰ ਕੋਈ ਸਿਕਿਉਰਿਟੀ ਨਹੀਂ ਹੈ? ਮੈਨੂੰ ਇਹ ਲੱਗਦਾ ਹੈ ਵੀ ਮਨਕੀਰਤ ਨੇ ਜਿਸ ਤਰੀਕੇ ਨਾਲ ਆਪਣਾ ਪੱਖ ਰੱਖਿਆ ਹੈ ਅੱਗੇ ਆ ਕੇ, ਬਟ ਯਾਰ ਉਹਦਾ ਛੋਟਾ ਬੇਬੀ ਆ, ਮੈਂ ਤੇ ਇਹੀ ਰਿਕੁਐਸਟ ਕਰੂੰਗੀ ਵੀ ਕਿਸੇ ਦੀ ਵੀ ਮਾਂ ਦਾ ਪੁੱਤ ਨਹੀਂ ਮਾਰਨਾ ਚਾਹੀਦਾ, ਮਤਲਬ ਗਲਤ ਆ, ਰਾਈਟ। ਉਹਦੀ ਵਾਈਫ ਆ, ਉਹਦਾ ਬੱਚਾ ਆ ਯਾਰ, ਉਹ ਸਾਰੀ ਜ਼ਿੰਦਗੀ ਕਿਵੇਂ ਕੱਢੂਗੀ ਯਾਰ, ਪਲੀਜ਼ ਇਹ ਤੇ ਸੋਚਣਾ ਚਾਹੀਦਾ ਹੈ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਅੱਜ ਦੀ ਜਿਹੜੀ ਇਹ ਗੱਲਬਾਤ ਹੈ ਇਹ ਬਹੁਤ ਖਾਸ ਹੈ, ਬਹੁਤ ਹੀ ਸੀਰੀਅਸ ਇਸ਼ੂ ਜਿਹੜਾ ਹੈਗਾ ਉਹ ਬਣ ਚੁੱਕਿਆ ਔਰ ਇੱਕ ਕਹਿ ਸਕਦੇ ਹਾਂ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਮੁੱਦੇ ਨੂੰ ਲੈ ਕੇ ਹਰ ਇੱਕ ਦੇ ਦਿਲ ਦੇ ਵਿੱਚ ਲੱਖਾਂ ਹੀ ਸਵਾਲ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਗੱਲ ਹੈ ਸਿੱਧੂ ਮੂਸੇਵਾਲੇ ਨੂੰ ਲੈ ਕੇ। 29/5 ਨੂੰ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਜੋ ਉਹਨਾਂ ਨੂੰ ਭੰਡਦੇ ਸੀਗੇ ਉਹ ਉਹਨਾਂ ਦੇ ਨਾਲ ਖੜ ਜਾਂਦੇ ਨੇ, ਲੇਕਿਨ 3 ਮਹੀਨਿਆਂ ਬਾਅਦ ਜਦ ਇਨਸਾਫ ਨਹੀਂ ਮਿਲਿਆ ਤੇ ਉਮੀਦ ਕੀਤੀ ਜਾਂਦੀ ਹੈ ਵੀ ਹਰ ਕੋਈ ਆ ਕੇ ਨਾਲ ਖੜੇਗਾ, ਅਜਿਹਾ ਵੀ ਨਹੀਂ ਪਾਇਆ ਗਿਆ। ਸੋ ਇਸੇ ਦੇ ਚੱਲਦੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੋ ਹਮੇਸ਼ਾ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਚਾਹੇ ਉਹ ਆਪਣੇ ਸਿਨੇਮਾ ਦੀ ਗੱਲ ਹੋਵੇ ਖੁੱਲ੍ਹ ਕੇ ਗੱਲਬਾਤ ਕਰਦੇ ਨੇ। ਔਰ ਹਾਲ ਹੀ ਦੇ ਵਿੱਚ ਵੀ ਵੇਖਿਆ ਗਿਆ ਕਿ ਸਿੱਧੂ ਮੂਸੇਵਾਲਾ ਦੇ ਮਾਂ-ਬਾਪ ਦੀ ਗੱਲ ਹੋਵੇ, ਉਹਨਾਂ ਦੇ ਪਰਿਵਾਰ ਦੀ ਗੱਲ ਹੋਵੇ ਜਾਂ ਫਿਰ ਸਿੱਧੂ ਦੀ ਗੱਲ ਹੀ ਕਿਉਂ ਨਾ ਹੋਵੇ, ਹਰ ਮੌਕੇ ਨਾਲ ਖੜਦੇ ਨੇ ਔਰ ਦੁੱਖ ਸਾਂਝਾ ਕਰਦੇ ਨੇ। ਬਹੁਤ ਸਵਾਗਤ ਕਰਨਾ ਚਾਹਾਂਗੇ ਸਾਡੇ ਪੰਜਾਬੀ ਸਿਨੇਮਾ ਦੀ ਸ਼ਾਨ ਸੋਨੀਆ ਮਾਨ ਦਾ। ਸੋਨੀਆ ਮਾਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਪਹਿਲੇ ਕੈਂਡਲ ਮਾਰਚ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਤੁਹਾਨੂੰ ਦੇਖਿਆ ਗਿਆ, ਤੁਸੀਂ ਉੱਥੇ ਉਹਨਾਂ ਦੇ ਪੇਰੈਂਟਸ ਦੇ ਨਾਲ ਖੜੇ ਸੀਗੇ, ਲੇਕਿਨ ਉਮੀਦ ਜ਼ਿਆਦੇ ਸੀਗੀ ਪਰ ਕਿਤੇ ਨਾ ਕਿਤੇ ਉਹ ਉਮੀਦ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਈ। ਉਹ ਆਵਾਜ਼ ਜਿਸ ਤਰੀਕੇ ਦੇ ਨਾਲ ਉੱਠਣੀ ਚਾਹੀਦੀ ਸੀਗੀ ਉਹ ਵੀ ਉੱਠਦੀ ਨਜ਼ਰ ਨਹੀਂ ਆਈ। ਇਹਦੇ ਲਈ ਕੀ ਕਹਿਣਾ ਚਾਹੋਗੇ? ਬੜੇ ਹੀ ਗਿਣਤੀ ਦੇ ਕਲਾਕਾਰ ਉੱਥੇ ਵੇਖੇ ਗਏ ਨੇ। ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਸ਼ਰਮਨਾਕ ਗੱਲ ਹੈ ਕਿ ਜਦੋਂ ਸਾਡੀ ਇੰਡਸਟਰੀ ਦੇ ਵਿੱਚ ਜਿਹੜੇ ਇੰਨੇ ਟੈਲੈਂਟਡ ਸਿੰਗਰ ਸੀਗੇ ਔਰ ਉਵੇਂ ਤੇ ਆਪਾਂ ਬਹੁਤ ਇੱਕ ਦੂਜੇ ਦਾ ਸਾਥ ਕਹਿੰਦੇ ਹਾਂ, ਅਸੀਂ ਤੁਹਾਡੇ ਨਾਲ ਆ, ਹੈ ਨਾ। ਮੈਂ ਜਦੋਂ ਸਿੱਧੂ ਦਾ ਸੰਸਕਾਰ ਹੋਇਆ ਸੀਗਾ ਉਦੋਂ ਵੀ ਘਰ ਆ ਕੇ ਇੱਕ ਪੋਸਟ ਪਾਈ ਸੀਗੀ ਕਿ ਰੈਸਟ ਇਨ ਪੀਸ ਤੇ ਹਰ ਕੋਈ ਲਿਖ ਦਿੰਦਾ ਹੈ ਫੋਟੋਆਂ ਦੇ ਉੱਤੇ, ਬਟ ਉਹਨੂੰ ਇਨਸਾਫ ਕੌਣ ਦਿਵਾਊਗਾ, ਇਹ ਗੱਲ ਮੈਂ ਪਾਈ ਸੀਗੀ। ਉਦੋਂ ਮੈਨੂੰ ਬਹੁਤ ਸਾਰੇ ਮੈਸੇजेस ਆਏ ਸੀਗੇ ਕਿ ਤੂੰ ਇੰਡਸਟਰੀ ਦੇ ਖਿਲਾਫ ਬੋਲਦੀ ਹੈ, ਤੈਨੂੰ ਕੰਮ ਕੌਣ ਦਊਗਾ, ਮਤਲਬ ਤੈਨੂੰ ਐ ਨਹੀਂ ਗੱਲ ਕਰਨੀ ਚਾਹੀਦੀ ਸੀਗੀ, ਇੰਨਾ ਵੀ ਬਲੰਟ ਨਹੀਂ ਹੋਈਦਾ ਹੁੰਦਾ, ਇੰਨਾ ਵੀ ਸਿੱਧਾ ਨਹੀਂ ਕਰੀਦਾ ਹੁੰਦਾ। ਮੈਂ ਕਿਹਾ ਮੈਨੂੰ ਇਹੋ ਜਿਹੇ ਲੋਕਾਂ ਦੇ ਨਾਲ ਕੰਮ ਹੀ ਨਹੀਂ ਕਰਨਾ ਵੀ ਜਿਨ੍ਹਾਂ ਦੀ ਇਹ ਸੋਚ ਹੈ, ਠੀਕ ਹੈ। ਐਟਲੀਸਟ ਯਾਰ ਤੁਸੀਂ ਆਪਣਾ ਜ਼ਮੀਰ ਤਾਂ ਨਾ ਮਾਰੋ, ਤੁਹਾਡੇ ਦਿਲ ਦੇ ਵਿੱਚ ਜੋ ਹੈ ਐਟਲੀਸਟ ਤੁਸੀਂ ਕਹੋ ਤੇ ਸਹੀ ਨਾ। ਵੇਖੋ ਮੈਨੂੰ ਮੈਂ ਤੇ ਹਮੇਸ਼ਾ ਮੈਨੂੰ ਇਹ ਲੱਗਦਾ ਵੀ ਜਿਹੜੀ ਗੱਲ ਸੱਚੀ ਉਹਦਾ ਸਾਥ ਦੇਣਾ ਚਾਹੀਦਾ ਆ। ਉਤੋਂ ਮੈਂ ਤੇ ਖੁਦ ਮੇਰੇ ਮੰਮਾ ਨੇ ਹੰਡਾਇਆ ਆ ਸਾਰੀ ਜ਼ਿੰਦਗੀ, ਤੇ ਜਿਹੜੇ ਘਰ ਨੂੰ ਸੇਕ ਲੱਗਾ ਹੁੰਦਾ ਨਾ ਉਹ ਇਨਸਾਨ ਜ਼ਿਆਦਾ ਇਮੋਸ਼ਨਲੀ, ਮੈਂ ਤੇ ਇਮੋਸ਼ਨਲ ਬਹੁਤ ਆ, ਮੈਂ ਉਹ ਇਨ ਟੱਚ ਹੋ ਜਾਂਦੀ ਹਾਂ ਉਸ ਚੀਜ਼ ਨੂੰ ਲੈ ਕੇ। ਸੋ ਮੈਂ ਉਹਦੇ ਮੰਮੀ ਪਾਪਾ ਨੂੰ ਵੇਖ ਨਹੀਂ ਸਕਦੀ, ਯੂ ਨੋ। ਮੈਂ ਹੁਣ ਵੀ ਜਦੋਂ ਉਹਦੇ ਘਰੇ ਗਈ ਸੀਗੀ ਤੇ ਉਹਦੇ ਮੰਮਾ ਨੂੰ ਜਦੋਂ ਮੈਂ ਹੱਗ ਕੀਤਾ, ਮਤਲਬ ਇੱਕ ਪੇਨ ਮਹਿਸੂਸ ਹੁੰਦੀ ਆ ਯਾਰ, ਰਾਈਟ। ਵੀ ਉਹ ਮਾਂ ਪਿਓ ਜਿਨ੍ਹਾਂ ਨੇ ਇੱਕ ਬੱਚਾ ਇੰਨਾ ਵੱਡਾ ਕੀਤਾ ਪਾਲ ਕੇ, ਔਰ ਉਹਨੇ ਗੋਲੀਆਂ ਖਾਣ ਵਾਸਤੇ ਥੋੜਾ ਨਾ ਕੀਤਾ ਸੀਗਾ। ਉਹਦੇ ਫਾਦਰ ਕਹਿੰਦੇ ਵੀ ਆਹ ਹਵੇਲੀ ਮੈਨੂੰ ਖਾਣ ਨੂੰ ਆਂਦੀ ਹੈ ਅੱਜ, ਹੈ ਨਾ। ਉਹਦੇ ਮੰਮਾ ਕਹਿੰਦੇ ਵੀ ਸਵੇਰੇ ਜਦੋਂ ਵਾਲੀਬਾਲ ਖੇਡਣ ਜਾਂਦਾ ਸੀਗਾ, ਲਾਈਕ ਉਦੋਂ ਜਾਗ ਖੁੱਲ ਜਾਂਦੀ ਆ, ਉਸ ਤੋਂ ਬਾਅਦ ਉਹ ਬਾਹਰ ਆ ਜਾਂਦੇ ਆ। ਮਤਲਬ ਯੂ ਨੋ ਇਟਸ ਰੀਅਲੀ ਇਮੋਸ਼ਨਲ ਔਰ ਟੱਚਿੰਗ ਥਿੰਗਸ, ਯੂ ਨੋ। ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਜਾਂ ਤਾਂ ਫਿਰ ਮੈਨੂੰ ਲੱਗਦਾ ਮੇਲ ਸਿੰਗਰਸ ਨੂੰ ਕਿਤੇ ਨਾ ਕਿਤੇ ਡਰ ਵੀ ਲੱਗਦਾ ਹੈ ਇਸ ਚੀਜ਼ ਨੂੰ ਲੈ ਕੇ ਕਿ ਹਾਂ ਫਿਰ ਧਮਕੀ ਨਾ ਆ ਜਾਏ। ਬਟ ਬਹੁਤ ਸਾਰੇ ਸਿੰਗਰ ਉਹਨਾਂ ਦੇ ਘਰੇ ਵੀ ਗਏ ਸੀਗੇ ਉਹਨਾਂ ਦੇ ਮੰਮਾ ਪਾਪਾ ਨੂੰ ਹੌਸਲਾ ਦੇਣ ਵਾਸਤੇ, ਉਹ ਵੀ ਬਹੁਤ ਚੰਗੀ ਗੱਲ ਲੱਗੀ। ਔਰ ਫਿਰ ਉਹਨਾਂ ਨੇ ਪੋਸਟਾਂ ਵੀ ਪਾਈਆਂ ਸੀਗੀਆਂ। ਬਟ ਜਿਹੜੇ ਗਏ ਹੀ ਨਹੀਂ,
ਔਰ ਜਿਨ੍ਹਾਂ ਨੂੰ ਜਾਣਾ ਚਾਹੀਦਾ ਸੀਗਾ ਉਹ ਗਲਤ ਆ, ਉਹਨਾਂ ਨੂੰ ਜਾਣਾ ਚਾਹੀਦਾ ਸੀਗਾ। ਬਿਲਕੁਲ। ਔਰ ਜਿੱਦਾਂ ਕਿ ਪਰਸੋਂ ਹੀ ਉਹਨਾਂ ਦੀ ਮਾਤਾ ਜੀ ਨੇ ਇਸ ਗੱਲ ਦਾ ਦੁੱਖ ਜ਼ਾਹਿਰ ਕੀਤਾ ਕਿ ਮੇਰੇ ਬੱਚੇ ਦੀ ਨਾਂ ਦੀ ਕਿਤੇ ਨਾ ਕਿਤੇ ਵਰਤੋਂ ਹੋਣ ਲੱਗ ਗਈ ਹੈ। ਸਟੇਜ ਸ਼ੋਜ਼ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਥਾਪੀ ਮਾਰ ਕੇ ਔਰ ਸਿੱਧੂ ਨੂੰ ਟ੍ਰਿਬਿਊਟ ਕਰਕੇ, ਜਿਨ੍ਹਾਂ ਨੇ ਹਜੇ ਤੱਕ ਪੋਸਟ ਤੱਕ ਨਹੀਂ ਸਾਂਝੀਆਂ ਕੀਤੀਆਂ। ਤੇ ਜੇਕਰ ਏਕਾ ਹੀ ਨਹੀਂ ਹੋਏਗਾ ਸਾਡੇ ਸਿਨੇਮਾ ਦੇ ਵਿੱਚ, ਸਾਡੀ ਇੰਡਸਟਰੀ ਦੇ ਵਿੱਚ, ਤੇ ਕਿਸ ਤਰ੍ਹਾਂ ਇਨਸਾਫ ਦੇ ਲਈ ਜਿਹੜੀ ਹੈ ਉਹ ਆਵਾਜ਼ ਨੂੰ ਬੁਲੰਦ ਕੀਤਾ ਜਾਏਗਾ। ਬਿਲਕੁਲ ਸਹੀ ਕਿਹਾ ਉਹਨਾਂ ਦੇ ਮਾਤਾ ਜੀ ਨੇ, ਬਿਕਾਜ਼ ਪਤਾ ਕੀ ਗੱਲ ਆ, ਜਿਹੜੇ ਲੋਕੀ ਹਜੇ ਤੱਕ ਘਰ ਹੀ ਨਹੀਂ ਆਏ, ਜਿਹੜੇ ਲੋਕੀ ਹਜੇ ਤੱਕ ਉਹਨਾਂ ਨੇ ਪੋਸਟਾਂ ਹੀ ਨਹੀਂ ਪਾਈਆਂ, ਜਿਹੜੇ ਲੋਕਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਖੁੱਲ੍ਹ ਕੇ, ਤੁਸੀਂ ਸ਼ੋਅ ਟ੍ਰਿਬਿਊਟ ਦੇ ਉੱਤੇ ਕਰ ਰਹੇ ਹੋ, ਇਟ ਮੀਨਸ ਤੁਸੀਂ ਕਿਤੇ ਨਾ ਕਿਤੇ ਆਪਣੀ ਸਿੰਪਥੀ ਲੈ ਰਹੇ ਹੋ, ਜਾਂ ਫਿਰ ਉਹਦੀ ਆਡੀਅנס ਨਾਲ ਜੋੜਨ ਦੀ ਗੱਲ ਕਰ ਰਹੇ ਹੋ। ਇਹ ਕਿਤੇ ਨਾ ਕਿਤੇ ਪੋਲੀਟਿਕਸ ਤੇ ਵੇਖੋ ਹੈਗੀ ਹੈ, ਕੋਈ ਰਾਜਨੀਤਿਕ ਲੋਕ ਯੂਜ਼ ਕਰਦੇ ਨੇ, ਕੋਈ ਦੂਜੇ। ਮੈਨੂੰ ਇਹ ਦੱਸੋ ਵੀ ਜਿੱਦਣ ਸਿੱਧੂ ਨੇ ਇਲੈਕਸ਼ਨ ਲੜਨੀ ਸੀਗੀ ਕਾਂਗਰਸ 'ਚ, ਜਿੱਦਣ ਸਿੱਧੂ ਗਿਆ ਸੀਗਾ, ਜਿੱਦਣ ਉਹਨੂੰ ਇੰਨੀਆਂ ਗਾਲਾਂ ਪੈ ਰਹੀਆਂ ਸੀਗੀਆਂ, ਕਿਹੜਾ ਕਲਾਕਾਰ ਆਇਆ ਸੀਗਾ ਸਿੱਧੂ ਦੀ ਪੋਸਟ ਸ਼ੇਅਰ ਕਰਨ ਵਾਸਤੇ ਕਿ ਆਈ ਸਪੋਰਟ ਸਿੱਧੂ ਮੂਸੇਵਾਲਾ? ਤੁਹਾਡੇ ਕੋਲ ਜਵਾਬ ਹੈਗਾ ਕੌਣ ਕੌਣ ਆਇਆ ਸੀਗਾ? ਮੈਨੂੰ ਲੱਗਦਾ ਪਰਮੀਸ਼ ਨੇ ਪਾਈ ਹੋਣੀ ਹੈ, ਮੈਂ ਪਾਈ ਸੀਗੀ ਸਭ ਤੋਂ ਪਹਿਲਾਂ, ਪਰਮੀਸ਼ ਨੇ ਪਾਈ ਹੈ, ਅਫਸਾਨਾ ਨੇ ਪਾਈ ਹੈ। ਉਦੋਂ ਉਹ ਪੋਸਟ ਅੱਜ ਵੀ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਹੈਗੀ। ਮੈਂ ਆ ਨਹੀਂ ਕਹਿੰਦੀ ਵੀ ਮੈਂ ਅਗਲੇ ਬੰਦੇ ਦੇ ਸੁੱਖ ਦੇ ਵਿੱਚ ਨਾਲ ਆ, ਮੈਂ ਦੁੱਖ ਦੇ ਵਿੱਚ ਵੀ ਨਾਲ ਸੀਗੀ, ਕਿਉਂਕਿ ਅਸੀਂ ਮਤਲਬ ਇੱਕ ਕੰਮ ਕੀਤਾ ਹੋਵੇ ਨਾ ਜਿਹਦੇ ਨਾਲ, ਇੱਕ ਬੰਦਾ ਜਿਹਨੂੰ ਪਰਸਨਲੀ ਜਾਣਦਾ ਹੋਵੇ। ਇਹ ਨਹੀਂ ਕਿ ਮੈਂ ਸਿੱਧੂ ਨੂੰ ਰੋਜ਼ ਹੀ ਮਿਲਦੀ ਸੀਗੀ ਜਾਂ ਉਹ ਮੈਨੂੰ ਰੋਜ਼ ਮਿਲਦਾ ਸੀਗਾ, ਜਾਂ ਫਿਰ ਆਪਾਂ ਲਾਈਕ ਬਹੁਤ ਹੀ ਚੰਗੇ ਦੋਸਤ ਸੀਗੇ, ਮੈਂ ਇਹ ਨਹੀਂ ਕਹਿ ਸਕਦੀ। ਬਟ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਅਸੀਂ ਦੋਸਤ ਸੀਗੇ। ਮੈਂ ਉਹਨਾਂ ਵਿੱਚੋਂ ਨਹੀਂ ਵੀ ਜਿਹੜੇ ਉਹਦੇ ਮਤਲਬ ਵਾਸਤੇ ਉਹਦੇ ਆਲੇ ਦੁਆਲੇ ਘੁੰਮਦੇ ਸੀਗੇ ਜਾਂ ਕੰਮ ਕਰਵਾਉਣ ਨੂੰ ਜਾਂ ਕੁਛ ਵੀ। ਮੈਂ ਕਦੀ ਉਹ ਤੋਂ ਕੰਮ ਨਹੀਂ ਮੰਗਿਆ, ਮੈਂ ਸੱਚੀ ਗੱਲ ਦੱਸਾਂ, ਮੈਂ ਕਦੀ, ਮੈਨੂੰ ਉਹ ਤੋਂ ਕੋਈ ਮਤਲਬ ਨਹੀਂ ਸੀਗਾ। ਬਟ ਹਾਂ, ਹੈਲੋ ਹਾਏ ਸਾਡੀ ਹੁੰਦੀ ਸੀਗੀ ਸਨੈਪਚੈਟ 'ਤੇ, ਅਸੀਂ ਕਰ ਲੈਂਦੇ ਸੀਗੇ, ਹੈ ਨਾ। ਮੈਨੂੰ ਆਪਣੇ ਵੱਲੋਂ ਲੱਗਾ ਵੀ ਹਾਂ ਮੈਨੂੰ ਉਹਦੀ ਸਪੋਰਟ ਕਰਨੀ ਚਾਹੀਦੀ, ਕਿਉਂਕਿ ਉਹਦੇ ਮੈਂ ਨਾ ਆਪਣੀਆਂ ਪੋਲੀਟੀਕਲ ਗੱਲਾਂ ਕੀਤੀਆਂ ਸੀਗੀਆਂ। ਮੈਂ ਜਦੋਂ ਪਹਿਲੋਂ ਵੀ ਇੰਟਰਵਿਊ 'ਚ ਦੱਸਿਆ ਆ, ਅਸੀਂ ਚੁਟਾਲਾ ਸਾਹਿਬ ਦੇ ਘਰੇ ਮਿਲੇ ਸੀਗੇ, ਲੰਡਨ ਤੋਂ ਵਾਪਸ ਆਇਆ ਸੀਗਾ, ਉਦੋਂ ਸਗੋਂ ਦਾ ਇੱਕ ਕੁਐਸਚਨ ਜ਼ਰੂਰ ਸੀਗਾ ਕਿ ਤੈਨੂੰ ਇੰਨੀਆਂ ਗਾਲਾਂ ਕਾਹਤੋਂ ਕੱਢਦੇ ਆ। ਉਦੋਂ ਮੇਰੀ ਕਾਫੀ ਸੋਸ਼ਲ ਮੀਡੀਆ 'ਤੇ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਉਦੋਂ ਵੀ ਚੱਲ ਰਹੀ ਸੀਗੀ। ਅਤੇ ਜਦੋਂ ਉਹਨੇ ਕਾਂਗਰਸ ਜੁਆਇਨ ਕੀਤੀ ਉਦੋਂ ਮੈਨੂੰ ਵੀ ਕੱਢੀਆਂ ਅਤੇ ਉਹਨੂੰ ਵੀ ਕੱਢੀਆਂ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ, ਉਹ ਕਹਿੰਦਾ ਵੀ ਹਾਂ ਸਹੀ ਗੱਲ ਹੈ, ਮੈਨੂੰ ਹੁਣ ਸਮਝ ਲੱਗ ਗਈ। ਮਤਲਬ ਉਹ ਇੰਨਾ ਕੁ ਜ਼ਿਆਦਾ, ਮਤਲਬ ਮੈਂ ਕਹਿੰਦੀ ਇੰਟਲੈਕਚੁਅਲ, ਡੀਪ ਸਮਝਣ ਵਾਲਾ, ਮੈਂ ਕਹਿੰਦੀ ਵੀ ਆਈ ਕਾਂਟ ਐਕਸਪਲੇਨ ਕਿ ਉਹ ਕਿਹੋ ਜਿਹਾ ਇਨਸਾਨ ਸੀਗਾ, ਰਾਈਟ। ਬਟ ਮੈਨੂੰ ਇਹ ਲੱਗਦਾ ਹੈ ਵੀ ਦੋਸਤ, ਬੈਸਟ ਫਰੈਂਡ ਹੋਣ ਨਾਲੋਂ ਵੀ ਇਹੋ ਜਿਹੇ ਬੈਸਟ ਫਰੈਂਡ ਕਾਹਦੇ ਜਿਹੜੇ ਦੁੱਖ ਦੇ ਟਾਈਮ 'ਤੇ ਨਾਲ ਨਾ ਆਉਣ। ਇਹ ਤੋਂ ਚੰਗਾ ਤੇ ਬੰਦਾ ਚੰਗਾ ਦੋਸਤ ਰਵੇ ਕਿਸੇ ਦਾ, ਵੀ ਠੀਕ ਆ ਵੀ ਤੁਸੀਂ ਉਹਦੇ ਦੁੱਖ ਦੇ ਟਾਈਮ 'ਤੇ ਉਹਦੇ ਨਾਲ ਖੜੇ ਹੋ ਨਾ। ਫਾਰਮੈਲਿਟੀ ਤਾਂ ਨਹੀਂ ਨਾ ਹੈਗੀ, ਅੱਜ ਸਾਨੂੰ ਕੋਈ ਫਾਰਮੈਲਿਟੀ ਨਹੀਂ ਹੈਗੀ ਕਿਸੇ ਵੀ ਗੱਲ ਦੀ। ਮੈਨੂੰ ਸਾਰੇ ਲੋਕੀ ਕਹਿੰਦੇ ਆ ਵੀ ਤੂੰ ਕਾਹਤੋਂ ਅੱਗੇ ਹੋ ਕੇ ਬੋਲਦੀ ਆ, ਤੂੰ, ਤੇਰਾ ਟਾਈਮ ਚੱਕਿਆ ਜਾਊਗਾ ਜਾਂ ਆ ਹੋ ਜਾਊਗਾ। ਮੈਂ ਕਿਹਾ ਵੇਖੋ, ਵਾਹਿਗੁਰੂ ਨੇ ਜਿੰਨੀ ਅਕਾਲ ਪੁਰਖ ਨੇ ਲਿਖੀਆਂ ਉਨੀ ਸਾਰਿਆਂ ਨੇ ਭੁਗਤ ਕੇ ਜਾਣੀ ਆ। ਬਟ ਐਟਲੀਸਟ ਐਂਡ ਆਫ ਦ ਡੇ ਮੈਨੂੰ ਇਹ ਤੇ ਹੋਊਗਾ ਨਾ ਅੰਦਰ ਕਿ ਮੈਂ ਇੱਕ ਚੰਗਾ ਕਾਰਜ ਕੀਤਾ, ਮੈਂ ਚੰਗੇ ਦੀ ਗੱਲ ਕੀਤੀ, ਮੈਂ ਇਨਸਾਫ ਦੀ ਗੱਲ ਕੀਤੀ। ਮੈਂ ਕਿਤੇ ਡਿਪਲੋਮੈਟ ਨਹੀਂ ਨਾ ਹੈਗੀ, ਮੈਨੂੰ ਡਿਪਲੋਮੈਸੀ ਨਾ ਆਉਂਦੀ ਆ, ਨਾ ਮੈਨੂੰ ਝੂਠ ਬੋਲਣਾ ਆਉਂਦਾ ਆ, ਤੇ ਨਾ ਮੈਂ ਬੋਲੂੰਗੀ ਕਦੀ ਵੀ ਜ਼ਿੰਦਗੀ ਦੇ ਵਿੱਚ। ਜੀ, ਇਹ ਚੀਜ਼ ਤੁਸੀਂ ਹਮੇਸ਼ਾ ਜ਼ਿਕਰ ਕਰਦੇ ਹੋ, ਤੁਹਾਨੂੰ ਤੁਹਾਡੇ ਖੂਨ 'ਚ ਮਿਲੀ ਹੈ ਕਿ ਹਮੇਸ਼ਾ ਆਪਣੀ ਗੱਲ ਰੱਖਣੀ ਹੈ ਔਰ ਸੱਚਾਈ ਦਾ ਸਾਥ ਦੇਣਾ। ਹੁਣੇ ਤੁਸੀਂ ਗੱਲ ਕੀਤੀ ਵਿਰੋਧ ਦੀ, ਤੁਸੀਂ ਇੱਦਾਂ ਦੀ ਆਡੀਅנס ਦੀ ਗੱਲ ਕਰ ਲਓ ਜਾਂ ਇੱਦਾਂ ਦੇ ਲੋਕਾਂ ਦੀ ਗੱਲ ਕਰ ਲਓ, ਤੁਸੀਂ ਉਹਨਾਂ ਦੀ ਮਾਨਸਿਕਤਾ ਨੂੰ ਕਿੱਥੇ ਵੇਖਦੇ ਹੋ? ਜਦੋਂ ਤੁਸੀਂ ਕਿਸਾਨੀ ਦੇ ਵਿੱਚ ਸੀਗੇ ਤੇ ਪੰਜਾਬ ਦੀ ਧੀ ਮੰਨ ਕੇ ਸਾਰਿਆਂ ਨੇ ਅੱਗੇ ਹੋ ਕੇ ਤੁਹਾਨੂੰ ਗੱਲ ਨਾਲ ਲਾਇਆ, ਉਦੋਂ ਹੀ ਜਦੋਂ ਸਿਆਸਤ ਦੀ ਗੱਲ ਆਈ ਤੇ ਲੋਕਾਂ ਨੇ ਭੰਡਣਾ ਸ਼ੁਰੂ ਕਰਤਾ। ਸੇਮ ਸਿੱਧੂ ਮੂਸੇਵਾਲਾ, ਉਹਨਾਂ ਦੇ ਪੇਰੈਂਟਸ ਕਹਿੰਦੇ ਆ ਵੀ ਉਹਨਾਂ ਦੀ ਮੂੰਹ ਤੇ ਕਦੀ ਅਸੀਂ ਸਕੂਨ ਨਹੀਂ ਵੇਖਿਆ, ਔਰ ਉਹਨਾਂ ਨੇ ਜਿਹੜਾ ਕੰਮ ਕੀਤਾ ਇੰਟਰਨੈਸ਼ਨਲ ਲੈਵਲ ਤੇ, ਅੱਜ ਸਿੱਧੂ ਦਾ ਨਾਮ ਜਿਹੜਾ ਹੈ ਉਹ ਬੱਚਾ ਬੱਚਾ ਜਾਣਦਾ ਹੈ। ਬਾਵਜੂਦ ਇਸ ਦੇ ਅੱਜ ਹਰ ਕੋਈ ਉਹਨਾਂ ਦਾ ਪੱਖ ਲੈਣ ਲੱਗ ਗਿਆ, ਹਰ ਕੋਈ ਉਹਨਾਂ ਦੇ ਨਾਲ ਦੀ ਗੱਲ ਕਰਨ ਲੱਗ ਗਿਆ। ਸੋ ਕਦੀ ਪੱਖ ਲੈਣ ਲੱਗ ਜਾਣਾ, ਇੱਕੋ ਦਮ ਭੰਡਣ ਲੱਗ ਜਾਣਾ, ਤੁਸੀਂ ਇਦਾਂ ਦੇ ਲੋਕਾਂ ਦੀ ਮਾਨਸਿਕਤਾ ਨੂੰ ਇੱਕ ਕਲਾਕਾਰ ਹੋਣ ਵਜੋਂ ਕਿਵੇਂ ਵੇਖਦੇ ਹੋ? ਵੇਖੋ, ਮੈਨੂੰ ਨਹੀਂ ਪਤਾ ਵੀ ਇਹ ਲੋਕੀ ਐਵੇਂ ਕਿਉਂ ਬਿਹੇਵ ਕਰਦੇ ਆ। ਮੈਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਬੰਦਾ ਜਿਉਂਦਾ ਹੈ ਉਹਦੀ ਕਦਰ ਨਹੀਂ ਪਾਉਂਦੇ, ਜਦੋਂ ਬੰਦਾ ਮਰ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਣਾ ਸ਼ੁਰੂ ਕਰਦਾ, ਹਾਂ ਵੀ ਉਹ ਚੰਗਾ ਸੀਗਾ। ਮੈਨੂੰ ਆਪਣੇ ਬਾਰੇ ਵੀ ਇਹੀ ਲੱਗਦਾ ਹੈ, ਜਿੱਦਣ ਮੈਂ ਤੇ ਹਮੇਸ਼ਾ ਪੰਜਾਬ ਵਾਸਤੇ ਜਿਉਂਦੀ ਹਾਂ, ਪੰਜਾਬ ਵਾਸਤੇ ਮੁੱਦੇ ਚੱਕਦੀ ਰਹੂੰਗੀ, ਜੋ ਮੇਰਾ ਸੋਸ਼ਲ ਵਰਕ ਹੈ ਉਹ ਮੈਂ ਕਰਦੀ ਰਹੂੰਗੀ। ਜਿੱਦਣ ਮੈਂ ਨਹੀਂ ਰਹੂੰਗੀ
ਮੇਰੇ ਬਾਰੇ ਵੀ ਕਹਿਣਗੇ ਭੈਣ ਚੰਗੀ ਹੁੰਦੀ ਸੀਗੀ ਜੇ ਭੈਣ ਨੇ ਚੰਗਾ ਕੀਤਾ ਸੀਗਾ ਜਾਂ ਕੁਝ ਵੀ ਸੀਗਾ, ਰਾਈਟ। ਪਰ ਜਦੋਂ ਬੰਦਾ ਯਾਰ ਜਦੋਂ ਬੰਦਾ ਜਿਉਂਦਾ ਹੁੰਦਾ ਆ, ਤੁਹਾਡੇ ਵਾਸਤੇ ਕੁਝ ਕਰਨਾ ਚਾਹੁੰਦਾ ਆ, ਕੋਈ ਸਾਨੂੰ ਕੋਈ ਲਾਲਚ ਨਹੀਂ ਹੈਗਾ ਕਿਸੇ ਵੀ ਚੀਜ਼ ਦਾ। ਆਪਾਂ ਕਿਹੜੇ, ਸਾਡੇ ਕੋਲ ਜੋ ਹੈਗਾ ਉਹ ਇਨਫ ਆ, ਹਨਾ ਵੀ ਸਾਡੀ ਕਿਹੜੀ ਸ਼ਕਲ ਨਹੀਂ ਹੈਗੀ ਜਾਂ ਸਾਨੂੰ ਕੰਮ ਨਹੀਂ ਮਿਲ ਸਕਦਾ ਜਾਂ ਆਪਾਂ ਫਿਲਮਾਂ ਨਹੀਂ ਕਰ ਸਕਦੇ ਜਾਂ ਫਿਰ ਮਤਲਬ ਆਪਾਂ ਵੀ ਬਾਕੀ ਲੋਕਾਂ ਵਾਂਗੂ ਨੰਗੀਆਂ ਫੋਟੋਆਂ ਪਾ ਕੇ ਤੇ ਕਿੰਨੇ ਕਿੰਨੇ ਕਮੈਂਟ ਨਹੀਂ ਕਰਾ ਸਕਦੇ ਜਾਂ ਰੀਲਾਂ ਨਹੀਂ ਪਾ ਸਕਦੇ। ਬਟ ਸਾਡੀ ਸੱਭਿਅਤਾ ਉਹ ਨਹੀਂ ਕਹਿੰਦੀ। ਸਾਡਾ ਮੈਂ ਕਿਸੇ ਇਸ ਪਰਿਵਾਰ ਨੂੰ ਬਿਲੋਂਗ ਕਰਦੀ, ਮੇਰਾ ਕਲਚਰ ਡਿਫਰੈਂਟ ਆ। ਮਤਲਬ ਮੇਰੇ ਘਰ ਦਾ ਜਿਹੜਾ ਪਿਛੋਕੜ ਆ ਉਹ ਡਿਫਰੈਂਟ ਆ। ਸਾਡੇ ਘਰ ਦੇ ਵਿੱਚ ਇਹ ਕਲਚਰ ਹੀ ਨਹੀਂ ਹੈਗਾ। ਸਾਨੂੰ ਉਸੇ ਤਰੀਕੇ ਦੇ ਨਾਲ ਰੇਜ਼ ਕੀਤਾ ਗਿਆ ਬਚਪਨ ਤੋਂ ਲੈ ਕੇ ਹੁਣ ਤੱਕ ਕਿ ਅਸੀਂ ਲੋਕਾਂ ਦੀ ਪ੍ਰੋਬਲਮ ਸਮਝ ਸਕਦੇ ਹਾਂ ਜਾਂ ਉਹਨਾਂ ਬਾਰੇ ਗੱਲ ਕਰ ਸਕਦੇ ਹਾਂ। ਕਿਉਂਕਿ ਮੇਰਾ ਬਚਪਨ ਹੀ ਦੇਸ਼ ਭਗਤ ਯਾਦਗਾਰ ਹਾਲ, ਕਿਸਾਨੀ ਧਰਨਿਆਂ ਦੇ ਉੱਤੇ, ਸੋਸ਼ਲ ਵਰਕ ਦੇ ਉੱਤੇ, ਸਤਪਾਲ ਬਿਮਲਾ ਡਾਂਗ ਜਿਹੜੇ ਸੀਗੇ ਮੇਰੇ ਮੰਮਾ ਦੇ ਨਾਲ, ਅਸੀਂ ਮੰਮਾ ਮੇਰੇ ਸੋਸ਼ਲ ਵਰਕ ਕਰਦੇ ਹੁੰਦੇ ਸੀਗੇ। ਮੈਂ ਤੇ ਛੋਟੇ ਹੁੰਦਿਆਂ ਤੋਂ ਹੀ ਇਹ ਗੱਲਾਂ ਵੇਖਦੀ ਆਈ ਹਾਂ। ਸੋ ਇਸ ਕਰਕੇ ਮੈਂ ਇਹ ਜਿਹੀ ਹਾਂ, ਰਾਈਟ। ਨਹੀਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਐਕਟਰੈਸ ਆਪਣਾ ਕਰੀਅਰ ਛੱਡ ਕੇ ਇਸ ਏਜ ਦੇ ਵਿੱਚ, ਜਿਸ ਏਜ ਦੇ ਵਿੱਚ ਹਜੇ ਮੈਨੂੰ ਲੱਗਦਾ ਕਿ ਲੋਕੀ ਜਿਹੜੇ ਮੈਨੂੰ ਸਲਾਹਾਂ ਦਿੰਦੇ ਆ ਵੀ ਤੇਰੀ ਇਹ ਏਜ ਆ, ਕੰਮ ਕਰ ਲਾ ਹਜੇ, ਆ ਬਾਅਦ ਦੇ ਵਿੱਚ ਕਰਦੀ ਨਹੀਂ ਜੋ ਵੀ ਕਰਨਾ ਹੈ, ਹਨਾ। ਵੀ ਲੋਕਾਂ ਦਾ ਇੱਕ ਪਰਸੈਪਸ਼ਨ ਬਣਿਆ ਹੋਇਆ ਆ ਵੀ ਤੁਸੀਂ ਜਵਾਨ ਜਦੋਂ ਹੁੰਦੇ ਹੋ ਤੁਸੀਂ ਆਪਣਾ ਕਿਹਨੂੰ ਕਹਿੰਦੇ ਐਕਟਿੰਗ, ਜੇ ਤੁਸੀਂ ਹੋ ਤੇ ਤੁਸੀਂ ਆਪਣੀ ਐਕਟਿੰਗ ਕਰੀ ਜਾਓ, ਜਦੋਂ ਤੁਸੀਂ ਥੋੜੇ ਜਿਹੇ ਬੁੱਢੇ ਹੋ ਜਾਓਗੇ ਨਾ ਉਦੋਂ ਤੁਸੀਂ ਪੋਲਿਟਿਕਸ 'ਚ ਚਲ ਜਾਓ। ਮਤਲਬ ਇਹ ਲੋਕਾਂ ਦੇ ਮਾਈਂਡ ਸੈਟ ਹੁੰਦਾ ਆ। ਬਟ ਮੈਨੂੰ ਕੋਈ ਇੰਨਾ ਕੋਈ ਹੈ ਹੀ ਨਹੀਂ ਲਾਲਚ ਕਿ ਪੋਲਿਟਿਕਸ ਦਾ ਆ ਜਾਂ ਕਿਸੇ ਵੀ ਚੀਜ਼ ਦਾ। ਜੇ ਪੋਲਿਟਿਕਸ 'ਚ ਆਉਣਾ ਹੁੰਦਾ, ਮੇਰੀ ਫੈਮਿਲੀ 'ਚ ਬਹੁਤ ਸਾਰੇ ਲੋਕੀ ਅੱਗੇ ਆ ਕੇ ਪੋਲਿਟਿਕਸ 'ਚ ਆ ਸਕਦੇ ਸੀਗੇ। ਮੈਂ ਕਿਤੇ ਹੋਰ ਦੱਸੂਗੀ ਮੈਂ ਆਪਣੀ ਸਿਸਟਰ ਨੂੰ ਜਾਂ ਆਪਣੀ ਫੈਮਿਲੀ ਨੂੰ ਨਾਲ ਬਿਠਾ ਕੇ, ਬਿਕਾਜ਼ ਸਾਨੂੰ ਇੰਨਾ ਲਾਲਚ ਨਹੀਂ ਹੈਗਾ ਸਾਰੀਆਂ ਗੱਲਾਂ ਦਾ, ਕਿਉਂਕਿ ਰੱਬ ਨੇ ਸਭ ਕੁਝ ਦਿੱਤਾ ਆ। ਬਸ ਅਸੀਂ ਸੋਸ਼ਲ ਵਰਕ ਕਰਕੇ ਲੋਕਾਂ ਦੀ ਆਵਾਜ਼ ਚੁੱਕਣਾ ਚਾਹੁੰਦੇ ਹਾਂ। ਸਾਡੇ ਦਿਲ 'ਚ ਦਰਦ ਆ, ਅਸੀਂ ਉਹਨਾਂ ਪੱਖੀ ਸੋਚਦੇ ਹਾਂ। ਔਰ ਖਾਸ ਕਰਕੇ ਜਿਹੜੀ ਚੀਜ਼ ਮੈਂ ਕਿਸਾਨ ਧਰਨੇ ਦੇ ਵਿੱਚ ਵੇਖੀ ਹੈ, ਉੱਥੇ ਮੇਰੇ ਨਾਲ ਬਜ਼ੁਰਗ ਰਹਿੰਦੇ ਸੀਗੇ, ਜਿਹੜੇ ਲੋਕੀ ਮੇਰੇ ਨਾਲ ਉੱਥੇ ਰਹੇ ਆ 1 ਸਾਲ ਤੱਕ, ਉਹ ਜਾਣਦੇ ਆ ਸੋਨੀਆ ਮਾਨ ਕੌਣ ਹੈ। ਔਰ ਆ ਸੋਸ਼ਲ ਮੀਡੀਆ ਨੂੰ ਮੈਂ ਨਹੀਂ ਕਿਸੇ ਵੀ ਤਲਕ ਤੇ ਵੇਖਦੀ, ਬਿਕਾਜ਼ ਇਹ IT ਸੈੱਲ ਨੇ ਡਿਫਰੈਂਟ ਪਾਰਟੀਜ਼ ਦੇ। ਇਹ ਪਸੰਦ ਹੀ ਨਹੀਂ ਕਰਦੇ, ਕਿਸੇ ਦੀ ਪੱਖ ਦੀ ਗੱਲ ਕਰ ਦੋਗੇ ਦੂਜਾ ਬੋਲਣਾ ਸ਼ੁਰੂ ਕਰ ਦੂਗਾ। ਗਰਾਊਂਡ ਰਿਐਲਿਟੀ ਉਹ ਹੁੰਦੀ ਹੈ ਜੋ ਤੁਸੀਂ ਗਰਾਊਂਡ ਪਿੰਡਾਂ ਦੇ ਵਿੱਚ ਵਿਚਰਦੇ ਹੋ ਜਾ ਕੇ, ਉਦੋਂ ਤੁਹਾਨੂੰ ਲੋਕੀ ਕਿੰਨਾ ਪਿਆਰ ਦਿੰਦੇ ਤੇ ਕਿੰਨਾ ਨਹੀਂ ਦਿੰਦੇ। ਸੱਚਾਈ ਉਦੋਂ ਸਾਹਮਣੇ ਆਉਂਦੀ ਆ ਤੇ ਉਦੋਂ ਲੋਕੀ ਬਹੁਤ ਪਿਆਰ ਦਿੰਦੇ ਆ, ਬਹੁਤ ਮਾਣ ਸਤਿਕਾਰ ਕਰਦੇ ਆ, ਡਿਫਰੈਂਟ ਪ੍ਰੋਗਰਾਮਾਂ ਤੇ ਸੱਦਦੇ ਆ। ਇਸ ਤੋਂ ਜ਼ਿਆਦਾ ਹੋਰ ਮਾਣ ਸਤਿਕਾਰ ਕੀ ਚਾਹੀਦਾ। ਇਹ IT ਸੈੱਲ ਤੇ ਆਪਣੀ ਸਾਈਕਿਕ ਸ਼ੋਅ ਕਰਦੇ ਆ ਵੀ ਇਹ ਕਿੰਨੇ ਕੁ ਇਹਨਾਂ ਦੇ ਅਡਮੁੱਲੇ ਵਿਚਾਰ ਆ, ਕਿੰਨੇ ਕੁ ਇਹ ਧੀਆਂ ਭੈਣਾਂ ਦੀ ਇੱਜ਼ਤ ਕਰ ਸਕਦੇ ਆ। ਮਤਲਬ ਜਿੰਨੀ ਗੰਦੀ ਸ਼ਬਦਾਵਲੀ ਕੋਈ ਬੰਦਾ ਯੂਜ਼ ਕਰੂਗਾ ਨਾ, ਉਹਦੀ ਮੈਂਟਲ ਹੈਲਥ ਬਿਆਨ ਕਰੂਗਾ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਔਰ ਮੈਨੂੰ ਲੱਗਦਾ ਹੈ ਕਿ ਇਸ ਗੱਲ ਦੀ ਸਮਝ ਸਭ ਨੂੰ ਹੀ ਰੱਖਣੀ ਚਾਹੀਦੀ ਹੈ, ਕਿਉਂਕਿ ਤੁਸੀਂ ਗਰਾਊਂਡਡ ਹੋਣ ਦੀ ਗੱਲ ਕੀਤੀ ਹੈ। ਸਿੱਧੂ ਦੀ ਮੌਤ ਵਜੋਂ ਪਤਾ ਲੱਗਿਆ ਕਿ ਉਹ ਕਿੰਨਾ ਕੁਝ ਕਰ ਰਹੇ ਸੀਗੇ। ਕੈਂਸਰ ਹਸਪੀਟਲ ਬਣਵਾਉਣਾ ਚਾਹੁੰਦੇ ਨੇ, ਪੀੜ੍ਹੀ ਨੂੰ ਐਜੂਕੇਟ ਵੇਖਣਾ ਚਾਹੁੰਦੇ ਨੇ। ਉਸ ਤੋਂ ਇਲਾਵਾ ਵੀ ਕਿੰਨਿਆਂ ਦਾ ਇਲਾਜ ਉਹ ਕਰਵਾ ਰਹੇ ਸੀ, ਕਿਉਂਕਿ ਤੁਸੀਂ ਉਹਨਾਂ ਦੇ ਨਾਲ ਨੇੜਤਾ ਰੱਖਦੇ ਸੀ। ਸੋ ਅੱਜ ਉਹਨਾਂ ਦੇ ਐਡਾ ਵੱਡਾ, ਮਤਲਬ ਐਡੀ ਵੱਡੀ ਘਟਨਾ ਹੋ ਗਈ ਆ ਕਿ ਉਸ ਚੀਜ਼ ਤੇ ਜਾਣ ਦੀ ਬਜਾਏ ਲੋਕੀ ਇਸ ਚੀਜ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਦੇਖ ਰਹੇ ਨੇ, ਜਾਂ ਕਹਿ ਲਓ ਵੀ ਤਵੇ 'ਚ ਹੱਥ ਸੇਕ ਰਹੇ ਨੇ। ਕੋਈ ਕਹਿੰਦਾ ਵੀ ਇਹ ਗਲਤ ਫਹਿਮੀ ਕਰਕੇ ਹੋਇਆ, ਕੋਈ ਕਹਿੰਦਾ ਵੀ ਇੱਕ ਪੋਲੀਟੀਕਲ ਜਿਹੜਾ ਹੈ ਉਹ ਇਹਦੇ ਪਿੱਛੇ ਹੱਥ ਹੈਗਾ। ਕੋਈ ਵਜ੍ਹਾ ਦੇ ਰਿਹਾ, ਕੋਈ ਕਹਿ ਰਿਹਾ ਵੀ ਉਹਨੇ ਗਰਲ ਕਲਚਰ ਨੂੰ ਪ੍ਰਮੋਟ ਕੀਤਾ ਸੀ ਗਾਣੇ ਦੇ ਵਿੱਚ, ਉਹੀ ਉਹਦੀ ਆਪ ਦੀ ਮੌਤ ਦੀ ਵਜ੍ਹਾ ਬਣ ਗਈ ਹੈ ਨਾ। ਜਿਹੜਾ ਕਿ ਉਹਨਾਂ ਨੇ ਬਹੁਤ ਕਲੈਰੀਫਿਕੇਸ਼ਨ ਵੀ ਬੜੀ ਵਾਰ ਦਿੱਤੀ ਹੈ ਹਥਿਆਰਾਂ ਨੂੰ ਲੈ ਕੇ, ਬੜੀਆਂ ਇੰਟਰਵਿਊਜ਼ ਦੇ ਵਿੱਚ। ਸੋਨੀਆ ਮਾਨ ਜਿੱਥੋਂ ਤੱਕ ਜਾਣਦੇ ਨੇ ਸਿੱਧੂ ਮੂਸੇਵਾਲਾ ਨੂੰ, ਉਹਨਾਂ ਨੂੰ ਕੀ ਲੱਗਦਾ ਇਸ ਪੂਰੇ ਕੇਸ ਨੂੰ ਲੈ ਕੇ? ਵੇਖੋ, ਮੈਨੂੰ ਇਹ ਲੱਗਦਾ ਹੈ ਕਿ ਸਿੱਧੂ ਦਾ ਮਰਡਰ ਹੋਇਆ ਆ ਔਰ ਇਹਦੇ ਵਿੱਚ ਪੋਲੀਟੀਕਲ ਮਰਡਰ ਵੀ ਹੈ ਕਿਤੇ ਨਾ ਕਿਤੇ, ਕਿਉਂਕਿ ਸਿੱਧੂ ਦੀ ਜਿਹੜੀ ਆਵਾਜ਼ ਸੀਗੀ ਉਹ ਸਾਰਿਆਂ ਨੂੰ ਚੁੱਭਦੀ ਸੀਗੀ। ਸਿੱਧੂ ਦੀ ਜਿਹੜੀ ਸੱਚਾਈ ਸੀਗੀ ਉਹ ਸਾਰਿਆਂ ਨੂੰ ਚੁੱਭਣੀ ਸ਼ੁਰੂ ਹੋ ਗਈ ਸੀਗੀ। ਉਹਦੇ ਗਾਣੇ ਜਿਹੜੇ ਸੀਗੇ ਉਹ ਚੁੱਭਦੇ ਸੀਗੇ, ਉਹਦੀ ਲਿਖਤ ਜਿਹੜੀ ਸੀਗੀ ਉਹ ਚੁੱਭਦੀ ਸੀਗੀ। ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਵੀ ਗੈਂਗਸਟਰ ਆ, ਚਲੋ ਉਹ ਤੇ ਕਹਿੰਦੇ ਆ ਵਿੱਕੀ ਮਿੱਡੂ ਖੇੜੇ ਦਾ ਬਦਲਾ ਲਿਆ ਆ, ਜੋ ਵੀ ਹੈ ਹਨਾ, ਵੀ ਉਹਨਾਂ ਨੇ ਲਿਆ ਆ। ਬਟ ਕਿਤੇ ਨਾ ਕਿਤੇ ਪੋਲੀਟੀਕਲ ਵੀ ਸਪੋਰਟ ਹੈ। ਪੋਲੀਟੀਕਲ ਸਪੋਰਟ ਤੋਂ ਬਗੈਰ ਕੋਈ ਐ ਨਹੀਂ ਹੋ ਸਕਦਾ, ਕਿਉਂਕਿ ਵੇਖ ਹੀ ਰਹੇ ਹਾਂ ਆਪਾਂ ਕਿਸ ਤਰੀਕੇ ਨਾਲ ਸਿਕਿਉਰਟੀਆਂ ਮਿਲ ਰਹੀਆਂ ਨੇ, ਕਿਸ ਤਰੀਕੇ ਨਾਲ ਸਭ ਕੁਝ ਹੋ ਰਿਹਾ ਆ। ਸੋ ਇਹ ਪੋਲੀਟੀਕਲ ਸਿਸਟਮ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਜੀ। ਤੇ ਦੇਖੋ, ਕਿਤੇ ਨਾ ਕਿਤੇ ਨੁਕਸਾਨ ਤੇ ਸਾਡੀ ਹੀ ਜਨਰੇਸ਼ਨ ਦਾ ਹੋ ਰਿਹਾ ਹੈ। ਇੱਕ ਪਾਸੇ ਸਿੱਧੂ ਦੇ ਨਾਲ ਕਿਹਾ ਜਾ ਰਿਹਾ ਵੀ ਵਿੱਕੀ ਮਿੱਠੂ ਖੇੜਾ ਦਾ ਨਾਮ ਆ ਰਿਹਾ ਵੀ ਉਹਨਾਂ ਦਾ ਲਿਆ ਗਿਆ ਹੈ ਨਾ, ਉਹਨਾਂ ਦੇ ਜਿਹੜਾ ਉਹਨਾਂ ਦਾ ਮਰਡਰ ਹੋਇਆ ਸੀ ਉਹਦਾ ਬਦਲਾ ਪੂਰਾ ਕੀਤਾ ਗਿਆ। ਦੂਜੇ ਪਾਸੇ ਉੱਥੇ ਹੀ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ
ਮਨਕੀਰਤ ਔਲਖ ਨੂੰ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਚੈਨਲ ਦੇ ਨਾਲ ਇੰਟਰਵਿਊ ਵੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਪੱਖ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਇੱਕ ਸਿੱਧੂ ਜਿਹਦਾ ਵਿਆਹ ਹੋਣ ਵਾਲਾ ਸੀਗਾ, ਜਿਹਦੇ ਸ਼ਗਨ ਮਨਾਉਣੇ ਸੀਗੇ, ਇੱਕ ਮਨਕੀਰਤ ਹੈ ਜਿਸ ਦਾ ਵਿਆਹ ਹੋਇਆ, ਉਹਦਾ ਬੇਬੀ ਹੋਣ ਵਾਲਾ ਸੀਗਾ, ਇਸ ਕਰਕੇ ਉਹਨਾਂ ਨੂੰ ਇੰਡੀਆ ਛੱਡ ਵੀ ਜਾਣਾ ਪਿਆ। ਤੁਹਾਨੂੰ ਨਹੀਂ ਲੱਗਦਾ ਕਿ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਪੋਲਿਟਿਕਸ ਪਿੱਛੇ ਜਾਂ ਇਸ ਗੈਂਗਸਟਰਵਾਦ ਨੂੰ ਲੈ ਕੇ ਇਸ ਹੱਦ ਤੱਕ ਟਾਰਗੇਟ ਹੋ ਰਹੀ ਹੈ ਕਿ ਕਿਸੇ ਦੀ ਵੀ ਜਾਨ ਕਿਸੇ ਟਾਈਮ ਵੀ ਜਾ ਸਕਦੀ ਹੈ ਔਰ ਕੋਈ ਸਿਕਿਉਰਿਟੀ ਨਹੀਂ ਹੈਗੀ? ਵੇਖੋ ਮੇਰੀ ਗੱਲ ਸੁਣੋ, ਇਹ ਜਿਹੜੇ ਗੈਂਗਸਟਰਸ ਨੇ ਨਾ, ਇਹ ਸਾਮੀਆਂ ਬਣਾਉਂਦੇ ਨੇ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜਾਂ ਦਬਾ ਕੇ ਰੱਖਦੇ ਆ। ਮੈਨੂੰ ਤੇ ਇਹੀ ਲੱਗਦਾ ਹੈ, ਹੋਰ ਇਹੀ ਹੋ ਸਕਦਾ, ਜਾਂ ਕੋਈ ਪੋਲੀਟੀਕਲ ਪਿੱਛੇ ਨਾ ਕੋਈ ਗੱਲ ਹੋਊਗੀ, ਰਾਈਟ। ਬਟ ਮੈਨੂੰ ਇਹ ਲੱਗਦਾ ਹੈ ਵੀ ਮਨਕੀਰਤ ਨੇ ਜਿਸ ਤਰੀਕੇ ਨਾਲ ਆਪਣਾ ਪੱਖ ਰੱਖਿਆ ਆ ਅੱਗੇ ਆ ਕੇ, ਬਟ ਯਾਰ ਉਹਦਾ ਛੋਟਾ ਬੇਬੀ ਆ। ਮੈਂ ਤੇ ਇਹੀ ਰਿਕੁਐਸਟ ਕਰੂੰਗੀ ਵੀ ਕਿਸੇ ਦੀ ਵੀ ਮਾਂ ਦਾ ਪੁੱਤ ਨਹੀਂ ਮਾਰਨਾ ਚਾਹੀਦਾ, ਮਤਲਬ ਗਲਤ ਆ, ਰਾਈਟ। ਉਹਦੀ ਵਾਈਫ ਆ, ਉਹਦਾ ਬੱਚਾ ਆ ਯਾਰ, ਉਹ ਸਾਰੀ ਜ਼ਿੰਦਗੀ ਕਿਵੇਂ ਕੱਢੂਗੀ ਯਾਰ? ਪਲੀਜ਼ ਇਹ ਤੇ ਸੋਚਣਾ ਚਾਹੀਦਾ ਹੈ ਨਾ ਵੀ ਆਪਾਂ ਸਿੱਧੂ ਨੂੰ ਗਵਾਇਆ, ਅਸੀਂ ਹੋਰ ਕਿਸੇ ਨੂੰ ਵੀ ਨਹੀਂ ਐਵੇਂ ਗਵਾਉਣਾ ਚਾਹੁੰਦੇ। ਬਟ ਹਾਂ, ਇਹ ਜ਼ਰੂਰ ਆ ਵੀ ਜਿਹੜੇ ਬੰਦੇ, ਜਿਹੜੇ ਮਾਸਟਰਮਾਈਂਡ, ਜਿਵੇਂ ਜੇਲ੍ਹਾਂ ਦੇ ਵਿੱਚ ਜਿਹੜੇ ਗੈਂਗਸਟਰ ਬੈਠੇ ਆ, ਜਿਨ੍ਹਾਂ ਨੇ ਇਹ ਕਰਵਾਇਆ, ਜਿਨ੍ਹਾਂ ਨੇ ਸ਼ੂਟਰ ਹਾਇਰ ਕੀਤੇ ਨੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਜਿਹਦੀ ਇਨਵੋਲਵਮੈਂਟ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਗੋਲਡੀ ਬਰਾੜ ਨੂੰ ਜੇ ਉਹ ਬਾਹਰ ਬੈਠਾ ਆ, ਉਹਨੇ ਇਹ ਕਿਹਾ ਆ ਵੀ ਗੁਰਲਾਲ ਬਰਾੜ ਨੂੰ ਉਹਨਾਂ ਨੇ ਮਰਵਾਇਆ ਸੀਗਾ। ਯਾਰ ਉਹ ਗੈਂਗਸਟਰਾਂ ਨੇ ਮਰਵਾਇਆ ਸੀਗਾ, ਉਹਦੇ ਵਿੱਚ ਸਿੱਧੂ ਦਾ ਕੀ ਹੱਥ ਹੈ? ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਨੂੰ ਕਹਿ ਸਕਦਾ ਵੀ ਇਹਨੂੰ ਗੋਲੀ ਮਾਰ ਦਿਓ। ਆਈ ਡੋਂਟ ਨੋ, ਠੀਕ ਹੈ। ਪਰਸਨਲੀ ਜਿੰਨਾ ਕੁ ਮੈਂ ਜਾਣਦੀ ਹਾਂ, ਮੈਂ ਇਹ ਜਾਣਦੀ ਹਾਂ ਵੀ ਅਸੀਂ ਕਲਾਕਾਰ ਬਹੁਤ ਇਮੋਸ਼ਨਲ ਹੁੰਦੇ ਆ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਇਹਨੂੰ ਗੋਲੀ ਮਾਰ ਦਿਓ। ਯਾਰ ਗੋਲੀ ਮਾਰਨਾ ਮਤਲਬ ਬਹੁਤ ਵੱਡੀ ਗੱਲ ਹੁੰਦੀ ਆ, ਹੈ ਨਾ। ਬਾਕੀ ਜਿੰਨੇ ਵੀ ਗੈਂਗਸਟਰਸ ਆ, ਉਹ ਭਾਵੇਂ ਜਿਹੜਾ ਮਰਜ਼ੀ ਗਰੁੱਪ ਹੋਵੇ ਪੂਰੇ ਇੰਡੀਆ ਦੇ ਵਿੱਚ, ਉਹ ਸਾਰੇ ਗੈਂਗਸਟਰਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਫਰੌਤੀਆਂ ਦਿੱਤੀਆਂ ਜਾਂ ਲਿੱਤੀਆਂ ਨੇ, ਹੈ ਨਾ। ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕਲਾਕਾਰਾਂ ਨੂੰ ਨਹੀਂ ਇਨਵੋਲਵ ਕਰਨਾ ਚਾਹੀਦਾ। ਉਹਨਾਂ ਨੇ ਆਪਣੀ ਬੜੀ ਮਿਹਨਤ ਕਰਕੇ ਕੋਈ ਬੰਦਾ ਬਣਿਆ ਹੁੰਦਾ ਆ, ਕਿੱਥੋਂ ਉੱਠ ਕੇ, ਯੂ ਨੋ। ਸੋ ਕਿਸੇ ਦੇ ਵੀ ਮਾਂ ਦੇ ਪੁੱਤ ਨੂੰ ਗੋਲੀ ਨਹੀਂ ਮਾਰਨੀ ਚਾਹੀਦੀ। ਸਿੱਧੂ ਦੇ ਕੇਸ ਨੂੰ ਲੈ ਕੇ 3 ਮਹੀਨਿਆਂ ਤੱਕ ਕੋਈ ਇਨਸਾਫ ਨਹੀਂ ਮਿਲਿਆ, ਜੋ ਕਿ ਉਹਨਾਂ ਦੇ ਮਾਪੇ ਨੂੰ ਵੀ ਬਹੁਤ ਬੁਰੀ ਤਰੀਕੇ ਦੇ ਨਾਲ ਖਲ ਰਿਹਾ ਹੈ। ਸਰਕਾਰ ਤੇ ਜੋ ਵੀ ਇਸ ਚੀਜ਼ ਨੂੰ ਲੈ ਕੇ ਇੱਕ ਨਜ਼ਰੀਆ ਲੋਕਾਂ ਦਾ ਬਣਨ ਲੱਗ ਗਿਆ ਹੈ, ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਜਾਂ ਉਹਦੇ ਲਈ ਕੀ ਕਹੋਗੇ? ਵੇਖੋ, ਪੰਜਾਬ ਸਰਕਾਰ ਨੇ ਸਿੱਧੂ ਦੀ ਕੇਸ ਦੇ ਵਿੱਚ ਜਿੰਨੇ ਵੀ ਸ਼ੂਟਰ ਸੀਗੇ ਉਹਨਾਂ ਨੂੰ ਐਨਕਾਊਂਟਰ ਕਰਵਾਇਆ ਹੈ। ਔਰ ਰਹੀ ਗੱਲ ਜਿਹੜੇ ਜੇਲ੍ਹਾਂ ਦੇ ਅੰਦਰ ਬੈਠੇ ਨੇ, ਉਹ ਸੁਪਰੀਮ ਕੋਰਟ, ਹਾਈ ਕੋਰਟ ਦੀਆਂ ਸਿਕਿਉਰਟੀਆਂ ਲੈ ਕੇ ਬੈਠੇ ਹੋਏ ਨੇ। ਔਰ ਉੱਥੇ ਪੰਜਾਬ ਸਰਕਾਰ ਦੇ ਉਹਨਾਂ ਨੇ ਹੱਥ ਬੰਨੇ ਹੋਏ ਆ ਵੀ ਇਹਨਾਂ ਨੂੰ ਜੇ ਕੁਛ ਵੀ ਕੀਤਾ ਤਾਂ ਗੱਲ ਤੁਹਾਡੇ 'ਤੇ ਆਊਗੀ। ਹੁਣ ਉੱਥੇ ਆ ਵੀ ਸੈਂਟਰ ਗਵਰਨਮੈਂਟ ਕਿਤੇ ਨਾ ਕਿਤੇ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਪਿੱਛੋਂ, ਕਿਉਂਕਿ ਤਿਹਾੜ ਜੇਲ੍ਹ ਵੀ ਜਿਹੜੀ ਹੈ ਉਹ ਅਮਿਤ ਸ਼ਾਹ ਜੀ ਦੇ ਥੱਲੇ ਆਉਂਦੀ ਆ। ਉੱਥੋਂ ਹੀ ਫੋਨ ਚੱਲ ਰਹੇ ਸੀਗੇ, ਉੱਥੇ ਰਿਕਾਰਡਿੰਗ ਵਾਇਰਲ ਹੋਈਆਂ ਸੀਗੀਆਂ, ਕੌਣ ਗੱਲ ਕਰ ਰਿਹਾ, ਕੌਣ ਨਹੀਂ ਗੱਲ ਕਰ ਰਿਹਾ। ਸੋ ਆਪਾਂ ਨੂੰ ਇਸ ਟਾਈਮ 'ਤੇ ਪੰਜਾਬ ਦੇ ਲੋਕਾਂ ਨੂੰ ਸੈਂਟਰਲ ਗਵਰਨਮੈਂਟ ਦੇ ਨਾਲ ਮੱਥਾ ਲਾਉਣ ਦੀ ਲੋੜ ਹੈ। ਮੈਂ ਤੇ ਸਿੱਧੂ ਦੇ ਫਾਦਰ ਨੂੰ ਵੀ ਇੱਕੋ ਗੱਲ ਕਹੀ ਸੀ ਕਿ ਅੰਕਲ, ਆਪਾਂ ਨੂੰ ਪਟੀਸ਼ਨਸ ਪਾਉਣ ਦੀ ਲੋੜ ਹੈ ਕਿ ਅਸੀਂ ਆਨਲਾਈਨ ਹਰ ਕਿਤੋਂ ਪਟੀਸ਼ਨਸ ਪਵਾਈਏ ਕਿਸੇ ਤਰੀਕੇ ਦੇ ਨਾਲ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ, ਕਿ ਜੱਜਸ ਨੂੰ ਕਹੀਏ ਵੀ ਆਹ ਜਿਹੜਾ ਬੰਦਾ, ਜਿਹੜਾ ਗੈਂਗਸਟਰ ਆ, ਜਿਹੜੇ ਲੋਕਾਂ ਨੂੰ ਫਰੌਤੀਆਂ ਦੇ ਰਿਹਾ ਹੈ, ਸਾਰੇ ਸਬੂਤ ਆ, ਸਭ ਕੁਛ ਹੈ, ਫਿਰ ਇਸ ਬੰਦੇ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ? ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ। ਤੇ ਜੇ ਇਨਸਾਫ ਦੀ ਗੱਲ ਕੀਤੀ ਜਾਵੇ ਜਾਂ ਸਜ਼ਾ ਦੀ ਗੱਲ ਕੀਤੀ ਜਾਵੇ, ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਕਲੀਗ ਹੋਣ ਦੇ ਨਾਤੇ, ਜਾਂ ਇੱਕ ਪੰਜਾਬ ਦੀ ਧੀ ਹੋਣ ਦੇ ਨਾਤੇ ਸੋਨੀਆ ਮਨ ਕੀ ਸੋਚਦੀ? ਵੇਖੋ, ਇਨਸਾਫ ਦੀ ਗੱਲ ਇਹ ਹੈ ਕਿ ਜੇ ਮੈਂ ਇਹ ਗੱਲ ਕਹਿੰਦੀ ਹਾਂ ਵੀ ਲਾਅ ਐਂਡ ਆਰਡਰ ਹੈਗਾ ਆ ਸਾਡੇ ਦੇਸ਼ ਦੇ ਵਿੱਚ, ਮੈਂ ਲਾਅ ਐਂਡ ਆਰਡਰ ਦੇ ਨਾਲ ਮਤਲਬ ਮੈਂ ਸੋਚਦੀ ਹਾਂ ਕਿ ਇੰਡੀਆ ਡੈਮੋਕ੍ਰੇਟਿਕ ਕੰਟਰੀ ਆ, ਔਰ ਇੱਥੋਂ ਦਾ ਜਿਹੜਾ ਹਾਈ ਕੋਰਟ ਹੈ ਤੇ ਸੁਪਰੀਮ ਕੋਰਟ ਹੈ, ਮੈਂ ਸੋਚਦੀ ਹਾਂ ਵੀ ਤੁਸੀਂ ਇੱਕ ਇਮਾਨਦਾਰੀ ਦੇ ਨਾਲ ਫੈਸਲਾ ਕਰੋਗੇ। ਤੁਸੀਂ ਸਾਡੀ ਇੱਕ ਜਿਹੜੀ ਮਤਲਬ ਉਮੀਦ ਹੈ ਉਹ ਸਾਡੀ ਕੋਰਟ ਤੋਂ ਹੈ। ਅਸੀਂ ਨਹੀਂ ਸੋਚਦੇ ਵੀ ਕੋਰਟ ਕਿਸੇ ਵੀ ਪਾਰਟੀ ਦੇ ਪੱਖ ਦੇ ਵਿੱਚ ਭੁਗਤਦਾ ਹੋਊਗਾ, ਕਿਉਂਕਿ ਸਾਡਾ ਲਾਅ ਹੀ ਤੁਹਾਡੇ ਨਾਲ ਜੁੜਿਆ ਆ। ਸੋ ਮੇਰੀ ਅਪੀਲ ਹੈ ਹਾਈ ਕੋਰਟ, ਸੁਪਰੀਮ ਕੋਰਟ ਨੂੰ ਵੀ ਤੁਸੀਂ ਪਲੀਜ਼ ਇਸ ਸਿੱਧੂ ਦੇ ਕੇਸ ਨੂੰ ਪਲੀਜ਼ ਤੁਸੀਂ ਸੀਰੀਅਸਲੀ ਲਓ। ਜਿਹੜੇ ਤੁਸੀਂ ਜਿਸ ਤਰੀਕੇ ਦੀਆਂ ਤੁਸੀਂ ਸੁਰੱਖਿਆ ਦਿੱਤੀ ਹੋਈ ਹੈ ਗੈਂਗਸਟਰ ਨੂੰ, ਕੁਛ ਵੀ ਦਿੱਤੀ ਹੋਈ ਹੈ, ਤੁਸੀਂ ਇਹ ਸੋਚੋ ਕਿ ਕੱਲ੍ਹ ਨੂੰ ਤੁਹਾਡੇ ਬੱਚੇ ਦੇ ਨਾਲ ਇਹੋ ਜਿਹਾ ਕੁਛ ਹੋਵੇ ਤੇ ਤੁਹਾਡੇ ਤੇ ਦਿਲ 'ਤੇ ਕੀ ਬੀਤੂਗੀ। ਤੇ ਉਹਨਾਂ ਦਾ ਇਕੱਲਾ ਇੱਕ ਬੇਟਾ ਸੀਗਾ, ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਹੀ ਹੈ ਇਸ ਟਾਈਮ ਦੇ ਉੱਤੇ। ਮੈਂ ਪੋਲੀਟੀਸ਼ੀਅਨਸ ਤੋਂ ਐਕਸਪੈਕਟ ਨਹੀਂ ਕਰ ਸਕਦੀ ਇਹ ਸਭ ਕੁਛ, ਬਟ ਮੈਂ ਲਾਅ ਐਂਡ ਆਰਡਰ ਤੋਂ ਐਕਸਪੈਕਟ ਕਰ ਸਕਦੀ ਹਾਂ, ਸੁਪਰੀਮ ਕੋਰਟ ਤੋਂ ਐਕਸਪੈਕਟ ਕਰ ਸਕਦੀ ਹਾਂ, ਹਾਈ ਕੋਰਟ ਤੋਂ ਐਕਸਪੈਕਟ ਕਰ ਸਕਦੀ ਹਾਂ। ਬਿਕਾਜ਼ ਅੱਜ ਦਾ ਤੁਹਾਡਾ ਜਿਹੜਾ ਫੈਸਲਾ ਹੈ ਨਾ, ਉਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਇਹ ਫੈਸਲਾ ਸੁਣਾਇਆ ਸੀਗਾ ਕਿਸੇ ਦੇ ਹੱਕ ਦੇ ਵਿੱਚ, ਕਿਉਂਕਿ ਇਹ ਫੈਸਲਾ ਜਿਹੜਾ ਆ ਪੂਰਾ ਵਰਲਡ
ਤੁਹਾਨੂੰ ਦੇਖ ਰਿਹਾ ਇਸ ਟਾਈਮ ਦੇ ਉੱਤੇ ਕਿ ਇੰਡੀਆ ਦਾ ਜਿਹੜਾ ਲਾਅ ਐਂਡ ਆਰਡਰ ਹੈ ਉਹ ਕਿਸ ਤਰੀਕੇ ਦੇ ਨਾਲ ਸੱਚਾਈ ਦਾ ਸਾਥ ਦਿੰਦਾ ਹੈ ਕਿ ਨਹੀਂ ਦਿੰਦਾ ਹੈ, ਔਰ ਸਾਰਿਆਂ ਨੂੰ ਸੱਚ ਪਤਾ ਹੈ ਵੀ ਸੱਚ ਕੀ ਹੈ। ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਇਹੀ ਹੈ ਵੀ ਪਲੀਜ਼ ਤੁਸੀਂ ਸਿੱਧੂ ਦੇ ਨਾਲ ਇਨਸਾਫ ਕਰੋ ਤੇ ਉਹਦੇ ਮਾਪਿਓ ਦੇ ਨਾਲ ਇਨਸਾਫ ਕਰੋ। ਜੀ ਉਹਨਾਂ ਦੀ ਮਾਤਾ ਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਤੁਸੀਂ ਸਾਰੇ ਕਹਿੰਦੇ ਹੋ ਵੀ ਸ਼ੇਰਨੀ ਮਾਂ ਹੈ, ਮੈਂ ਸ਼ੇਰਨੀ ਮਾਂ ਨਹੀਂ ਆ, ਮੈਂ ਮਜਬੂਰ ਮਾਂ ਆ, ਮੈਂ ਸ਼ੇਰਨੀ ਬਣਦੀ ਆ ਕਿਉਂਕਿ ਮੈਨੂੰ ਬੱਚੇ ਦਾ ਇਨਸਾਫ ਚਾਹੀਦਾ ਹੈ। ਸਿੱਧੂ ਦੇ ਗੀਤਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਇੱਕ ਅਲੱਗ ਪਰਸਨੈਲਿਟੀ ਉਹਨਾਂ ਦੇ ਸ਼ਬਦਾਂ ਤੋਂ ਲੋਕੀ ਮਿੱਥ ਲੈਂਦੇ ਆ, ਪਰ ਉਹਨਾਂ ਦੇ ਪਿੰਡ ਵਾਲੇ ਕਹਿੰਦੇ ਆ ਵੀ ਬਹੁਤ ਹੀ ਸਾਊ ਤੇ ਬਹੁਤ ਹੀ ਉਹਦੇ ਅੰਦਰ ਇੱਕ ਬੱਚਾ ਜਿਹੜਾ ਆ ਅਸੀਂ ਵੇਖਿਆ ਉੱਥੇ ਹੀ ਮਾਨਸਾ ਜ਼ਿਲ੍ਹੇ ਨੂੰ ਲੈ ਕੇ। ਨਾ ਕੇਵਲ ਉਹਨਾਂ ਨੇ ਉਹਦਾ ਨਾਮ ਚਮਕਾਇਆ ਬਲਕਿ ਉਹਨੂੰ ਸੋਨੇ ਦੀ ਚਿੜੀਆ ਵੀ ਬਣਾਉਣਾ ਚਾਹੁੰਦਾ ਸੀਗਾ ਸਿੱਧੂ। ਜਦੋਂ ਤੁਹਾਡੇ ਨਾਲ ਬਹਿੰਦੇ ਸੀ, ਇੱਕ ਦੋਸਤ ਬਹਿੰਦਾ ਸੀ, ਇੱਕ ਇਨਸਾਨ ਬਹਿੰਦਾ ਸੀ, ਉਹਨਾਂ ਦੇ ਮਾਪੇ ਤਾਂ ਕਹਿੰਦੇ ਆ ਵੀ ਸਕੂਨ ਹੀ ਨਹੀਂ ਵੇਖਿਆ, ਉਹਨੂੰ ਹਰ ਵਕਤ ਟੈਨਸ਼ਨ ਰਹਿੰਦੀ ਸੀ। ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀ ਉਹ? ਵੇਖੋ ਮੇਰੇ ਨਾਲ ਜਦੋਂ ਬੈਠੇ ਸੀਗੇ ਪਿਛਲੀ ਵਾਰੀ, ਉਹਨਾਂ ਨੂੰ ਇਹ ਸੀਗਾ ਵੀ ਯਾਰ ਕਿਹੜੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ, ਵੀ ਕਿਹੜੀ ਪਾਰਟੀ 'ਚ ਤੁਸੀਂ ਆ ਕੇ ਤੁਸੀਂ ਪੋਲੀਟੀਕਲ ਸਿਸਟਮ ਚੇਂਜ ਕਰ ਸਕਦੇ ਹੋ, ਮਤਲਬ ਕਿਹੜੀ। ਬਿਕਾਜ਼ ਪੰਜਾਬ ਦਾ ਇਹ ਹਾਲ ਬਣ ਚੁੱਕਿਆ ਵੀ ਅਕਾਲੀ ਦਲ ਨੂੰ ਸਾਰੇ ਭੰਡੀ ਜਾਂਦੇ ਆ, ਤੁਸੀਂ ਦੇਖਿਆ ਹੀ ਹੈ ਕਿਸਾਨ ਅੰਦੋਲਨ ਤੋਂ ਬਾਅਦ। ਉਸ ਤੋਂ ਬਾਅਦ ਮਤਲਬ ਵੇਖੋ ਮੈਨੂੰ ਇਹ ਲੱਗਦਾ ਹੈ ਵੀ ਸਾਡੀ ਇਹੀ ਕਾਮਨ ਡਿਸਕਸ਼ਨ ਹੋਈ ਸੀਗੀ ਵੀ ਕਾਂਗਰਸ ਨੂੰ ਲੋਕੀ ਭੰਡੀ ਜਾਂਦੇ ਆ, ਔਰ ਫਿਰ ਆਮ ਆਦਮੀ ਪਾਰਟੀ ਆਈ ਸੀਗੀ ਨਵੀਂ ਹੈ ਨਾ, ਤੇ ਮੈਨੂੰ ਕਹਿੰਦਾ ਵੀ ਯਾਰ ਆਮ ਆਦਮੀ ਪਾਰਟੀ ਨੂੰ ਇਹ ਕਹੀ ਜਾਂਦੇ ਆ, ਇਹਨੂੰ ਆਹ ਕਹੀ ਜਾਂਦੇ ਆ, ਯਾਰ ਸਮਝ ਜੀ ਨਹੀਂ ਲੱਗੀ ਜਾਂਦੀ ਵੀ ਕੀ ਕਰੀਏ ਹੈ ਨਾ, ਵੀ ਲਾਈਕ ਜੇ ਆਪਾਂ ਸੋਸਾਇਟੀ ਵਾਸਤੇ ਕੁਝ ਕਰਨਾ ਚਾਹੁੰਦੇ ਆ ਹੈ ਨਾ, ਵੀ ਮੈਂ ਕਰਾਂ ਕੀ ਹੈ ਨਾ ਇਸ ਟਾਈਮ ਦੇ ਉੱਤੇ। ਤੇ ਅਬੇ ਜੀ ਬੈਠੇ ਸੀਗੇ ਚੌਟਾਲਾ ਸਾਹਿਬ, ਉਹਨਾਂ ਨੇ ਕਿਸਾਨੀ ਹੱਕ ਦੇ ਵਿੱਚ ਅਸਤੀਫਾ ਦਿੱਤਾ ਸੀਗਾ, ਤੇ ਮੈਂ ਤੇ ਸਿੱਧੂ ਬੈਠੇ ਸੀਗੇ, ਤੇ ਮੈਂ ਕਿਹਾ ਚੌਟਾਲਾ ਸਾਹਿਬ ਤੁਸੀਂ ਐਂ ਕਰੋ ਵੀ ਤੁਸੀਂ ਨਾ ਪੰਜਾਬ ਦੇ ਵਿੱਚ ਵੀ ਨਾ 2 ਸੀਟਾਂ ਲੜਾ ਦਿਓ, ਵੀ ਮੈਂ ਤੇ ਸਿੱਧੂ ਤੁਹਾਡੀ ਪਾਰਟੀ ਤੋਂ ਹੀ ਲੜ ਲੈਂਦੇ ਆ, ਵੀ ਤੁਸੀਂ ਸਾਨੂੰ ਮਤਲਬ ਆਪਣੀ ਪਾਰਟੀ ਤੋਂ ਟਿਕਟ ਦੇ ਦਿਓ, ਵੀ ਅਸੀਂ ਤੁਹਾਡੀ, ਕਿਉਂਕਿ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਅਸਤੀਫਾ ਦਿੱਤਾ, ਸਾਨੂੰ ਤੇ ਸਾਫ਼ ਸੁਥਰੇ ਤੁਸੀਂ ਲੱਗ ਰਹੇ ਹੋ ਇਸ ਟਾਈਮ ਦੇ ਉੱਤੇ, ਵੀ ਬਾਕੀਆਂ ਦਾ ਤੇ ਕੁਛ ਨਾ ਕੁਛ ਕਿਸੇ ਨਾ ਕਿਸੇ ਬੰਨੇ ਆ ਰਿਹਾ ਹੈ। ਅਸੀਂ ਇਹ ਮਜ਼ਾਕ ਦੇ ਵਿੱਚ ਦੋਵੇਂ ਜਣੇ ਗੱਲ ਕਰ ਰਹੇ ਸੀਗੇ ਕਿ ਲਾਈਕ ਵੀ ਆਪਾਂ ਇਹ ਕਰ ਲੈਂਦੇ ਵੀ ਆਪਾਂ ਚੱਲ 2 ਕੈਂਡੀਡੇਟ ਹੋਵਾਂਗੇ, ਹੌਲੀ ਹੌਲੀ ਆਪਾਂ ਇਮਾਨਦਾਰ ਤੇ ਚੰਗੇ ਲੋਕੀ ਹੋਰ ਲੈ ਆਵਾਂਗੇ ਤੇ ਬਸ ਇਹੀ ਗੱਲਾਂ ਚੱਲਦੀਆਂ ਰਹੀਆਂ। ਬਾਅਦ ਦੇ ਵਿੱਚ ਉਹਨਾਂ ਨੇ, ਇਹ ਤਾਂ ਚਲੋ ਮਜ਼ਾਕ ਦੀਆਂ ਗੱਲਾਂ ਸੀਗੀਆਂ ਜਿਹੜੀਆਂ ਆਪਸ 'ਚ ਅਸੀਂ ਕਰ ਰਹੇ ਸੀਗੇ ਉਸ ਟਾਈਮ ਦੇ ਉੱਤੇ, ਤੇ ਬਟ ਉਹ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਸੀਗੇ ਸੁਸਾਇਟੀ ਵਾਸਤੇ ਔਰ ਬੱਚਿਆਂ ਵਾਸਤੇ, ਸਪੋਰਟਸ ਵਾਸਤੇ ਉਹਨਾਂ ਨੇ ਬਹੁਤ ਵਧੀਆ ਸੋਚਿਆ ਹੋਇਆ ਸੀਗਾ। ਔਰ ਜਿਵੇਂ ਉਹਨਾਂ ਨੇ ਮਿਹਨਤ ਕੀਤੀ ਹੈ, ਜਿਵੇਂ ਉਹਨਾਂ ਨੇ ਸਟਰਗਲ ਕੀਤਾ ਆ ਲਾਈਫ ਦੇ ਵਿੱਚ, ਉਹ ਨਹੀਂ ਚਾਹੁੰਦੇ ਸੀਗੇ ਕਿ ਉਸ ਤਰੀਕੇ ਦੇ ਨਾਲ ਕਿਸੇ ਨੂੰ ਹੋਰ ਬੱਚੇ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਵੇਖਣੀਆਂ ਪੈਣ ਹੈ ਨਾ, ਵੀ ਉਹਦੀ ਆਪਣੀ ਸੋਚ ਸੀਗੀ ਇਸ ਚੀਜ਼ ਨੂੰ ਲੈ ਕੇ ਹੈ ਨਾ, ਤੇ ਮੈਂ ਉਹ ਇਸ ਚੀਜ਼ ਨੂੰ ਮੈਂ ਸਪੋਰਟ ਕਰਦੀ ਸੀਗੀ। ਹੁਣ ਬਾਕੀ ਨਹੀਂ ਉਹਨੂੰ ਜਾਣਦੇ ਇਸ ਗੱਲਾਂ ਦੇ ਉੱਤੇ, ਬਾਕੀ ਲੋਕਾਂ ਨੇ ਬਹੁਤ ਕੁਝ ਬੜੀ ਬਕਵਾਸ ਕੀਤੀ, ਮੈਂ ਕਹਿੰਦੀ ਹਾਂ ਵੀ ਅੰਤਾਂ ਦੀ ਬਕਵਾਸ ਕੀਤੀ ਹੈ ਉਸ ਟਾਈਮ ਦੇ ਉੱਤੇ। ਸ਼ਾਇਦ ਉਹ IT ਸੈੱਲ ਹੋ ਸਕਦੇ ਆ, ਬਟ ਮੈਨੂੰ ਜ਼ਿਆਦਾਤਰ ਤੇ IT ਸੈੱਲ ਹੀ ਲੱਗਦੇ ਆ, ਦੂਜੀਆਂ ਪਾਰਟੀਆਂ ਦੇ IT ਸੈੱਲ ਝੂਠੀਆਂ ਹੀ ਆਈਡੀਆਂ ਬਣਾ ਕੇ ਕਮੈਂਟ ਟਾਈਪ ਕਰਕੇ ਰੱਖਦੇ ਆ, ਤੜ ਕਿਸੇ ਦੀ ਇੱਜ਼ਤ ਨਹੀਂ ਵੇਖਦੇ, ਪਾਉਣਾ ਸ਼ੁਰੂ ਕਰ ਦਿੰਦੇ ਆ। ਮਤਲਬ ਇੰਨਾ ਗੰਦ ਪਾਇਆ ਹੋਇਆ ਹੈ ਪੋਲੀਟੀਸ਼ੀਅਨਸ ਨੇ ਵੀ ਉਹ ਕਿਸੇ ਨੂੰ ਜੀਣ ਜੋਗਾ ਹੀ ਨਹੀਂ ਛੱਡਦੇ। ਵੀ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਦੇਖੋਗੇ, ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਕੁ ਜ਼ਿਆਦਾ ਘਰ ਭਰ ਦਿੰਦੇ ਆ ਵੀ ਇਹ ਬੰਦਾ ਤੇ ਹੈ ਹੀ ਬੁਰਾ, ਜਦ ਕਿ ਉਹ ਬੰਦਾ ਵਿਚਾਰਾ ਆਪਣਾ ਕਰੀਅਰ ਛੱਡ ਕੇ, ਆਪਣੀਆਂ ਚੀਜ਼ਾਂ ਛੱਡ ਕੇ ਤੁਹਾਡੇ 'ਚ ਤੁਰਿਆ ਫਿਰ ਰਿਹਾ ਆ। ਆਪਣੇ ਇੰਨੇ ਮਹਿੰਗੇ ਉਹਦੇ ਸ਼ੋਅ ਸੀਗੇ, ਸਾਰਾ ਕੁਝ ਸੀਗਾ, ਬਟ ਫਿਰ ਵੀ ਲੋਕੀ ਜਿਹਦੀ ਕਦਰ ਪਾਉਣੀ ਚਾਹੀਦੀ ਉਹਦੀ ਉਸ ਟਾਈਮ ਦੇ ਉੱਤੇ ਕਦਰ ਪਾਉਣੀ ਚਾਹੀਦੀ ਸੀਗੀ। ਬਿਲਕੁਲ। ਉੱਥੋਂ ਹੀ ਥੋੜਾ ਜਿਹਾ ਹਟ ਕੇ ਜੇ ਕਲਾ ਦੀ ਗੱਲ ਕੀਤੀ ਜਾਵੇ, ਬਿਲਬੋਰਡ ਤੱਕ ਜਾਣਾ ਉਹਨਾਂ ਦਾ ਸੁਪਨਾ ਸੀਗਾ, ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਜਾਣ ਪਿੱਛੋਂ ਉਹਨਾਂ ਦੇ ਗਾਣੇ ਲਗਾਤਾਰ ਬਿਲਬੋਰਡ ਤੇ ਬਣੇ ਹੋਏ ਨੇ, ਔਰ ਹੁਣ ਵੀ ਜੇ ਉਹਨਾਂ ਦੇ ਗਾਣੇ ਆਪਾਂ ਲਗਾ ਕੇ ਦੇਖੀਏ ਤੇ ਕਿਸੇ ਨਾ ਕਿਸੇ ਨੰਬਰ ਤੇ ਟ੍ਰੈਂਡ ਕਰ ਹੀ ਰਹੇ ਹੁੰਦੇ ਨੇ। ਗੀਤਾਂ ਨੂੰ ਲੈ ਕੇ ਕਦੀ ਗੱਲਬਾਤ ਹੋਈ ਹੈ? ਲਾਸਟ ਰਾਈਡ ਨੂੰ ਲੈ ਕੇ ਲੋਕੀ ਬਹੁਤ ਨਿਰਾਸ਼ ਹੋਏ ਨੇ, ਖਾਸ ਕਰ ਉਹਨਾਂ ਦੀ ਆਪਣੇ ਪਰਿਵਾਰ ਵਾਲੇ, ਉਹਨਾਂ ਨੂੰ ਪਿਆਰ ਕਰਨ ਵਾਲੇ। ਉਹ ਹਮੇਸ਼ਾ ਆਪਣੇ ਤੇ ਲਿਖਦੇ ਸੀਗੇ, ਪਰ ਉਹ ਇੱਕ ਪ੍ਰੋਫੈਟਿਕ ਆਰਟਿਸਟ ਵੀ ਸੀਗੇ, ਕਿਉਂਕਿ ਉਹ ਲਿਖਦੇ ਸੀ ਜੋ ਹੋਣਾ ਹੁੰਦਾ ਸੀ ਜਾਂ ਜੋ ਹੋਇਆ ਹੁੰਦਾ ਸੀਗਾ। ਸੋ ਸ਼ਬਦਾਵਲੀ ਨੂੰ ਲੈ ਕੇ ਕਦੀ ਡਿਸਕਸ਼ਨ ਚੱਲੀ ਹੈ? ਨਹੀਂ, ਇਹਦੇ ਬਾਰੇ ਮੇਰੀ ਉਹਨਾਂ ਕੋਈ ਡਿਸਕਸ਼ਨ ਨਹੀਂ ਹੋਈ, ਬਟ ਮੈਨੂੰ ਇਹ ਲੱਗਦਾ ਕਿ ਉਹਨੂੰ ਇੰਟੂਇਸ਼ਨਸ ਹੁੰਦੀਆਂ ਹੋਣਗੀਆਂ, ਜਾਂ ਉਹਨੂੰ ਮਤਲਬ ਲੱਗਦਾ ਹੋਊਗਾ ਕਿ ਇਹ ਹੋਣ ਵਾਲਾ ਆ, ਜਿਸ ਤਰੀਕੇ ਦੇ ਨਾਲ ਉਹਦੇ ਫਾਦਰ ਔਰ ਮਦਰ ਦੱਸਦੇ ਆ ਵੀ ਘਰ ਧਮਕੀਆਂ ਆਉਂਦੀਆਂ ਸੀਗੀਆਂ, ਘਰੋਂ ਬਾਹਰ ਨਹੀਂ ਨਿਕਲ ਸਕਦਾ ਸੀਗਾ ਉਹ, ਮਤਲਬ ਉਹ ਕਿੰਨੀ ਦੇਰ ਤੱਕ ਆਪਣੇ ਬੱਚੇ ਨੂੰ ਅੰਦਰ ਰੱਖਦੇ ਸੋ ਇਹ ਜਿਹੜੀ ਉਹਨਾਂ ਦੀ ਇੱਕ ਡਿਪਰੈਸ਼ਨ ਵਾਲੀ, ਮਤਲਬ ਬੰਦਾ ਡਿਪਰੈਸ਼ਨ 'ਚ ਚਲ ਜਾਂਦਾ ਯਾਰ ਇੰਨਾ ਕੁਝ ਸੋਚ ਕੇ, ਆਹ ਸਾਰੀਆਂ ਗੱਲਾਂ ਕਰਕੇ ਲੋਕੀ ਤੇ ਸੱਚੀ ਜਿਉਣ ਜੋਗਾ ਨਹੀਂ ਛੱਡਦੇ। ਮਤਲਬ ਜੇ ਬੰਦਾ
ਪੋਲੀਟੀਕਲੀ ਅੱਗੇ ਆਇਆ ਤੁਹਾਡੇ ਕਰਕੇ ਆਇਆ, ਠੀਕ ਆ। ਉਹਨੇ ਮਾਨਸਾ, ਹੁਣ ਤੁਸੀਂ ਕਹਿੰਦੇ ਹੋ ਵੀ ਉਹਨੇ ਮਾਨਸਾ ਟਿੱਬਿਆਂ ਦਾ ਨਾਮ ਰੋਸ਼ਨ ਕੀਤਾ ਸੀਗਾ, ਉਹਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀਗਾ, ਉਹਨੇ ਮੂਸੇਵਾਲੇ ਦਾ ਨਾਮ ਰੋਸ਼ਨ ਕੀਤਾ। ਵਰਲਡ ਦੇ ਵਿੱਚ ਮੂਸਾ ਪਿੰਡ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਜਾਣਿਆ ਜਾਊਗਾ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਵੀ। ਫਿਰ ਵੀ ਤੁਸੀਂ ਉਸ ਬੰਦੇ ਦੀ ਕਦਰ ਨਹੀਂ ਪਾ ਰਹੇ, ਫਿਰ ਵੀ ਤੁਸੀਂ ਉਹਨੂੰ ਵੋਟਾਂ ਨਹੀਂ ਪਾਈਆਂ। ਕਿੱਡੀ ਗਲਤ ਗੱਲ ਹੈ, ਮਤਲਬ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਕਿ ਇੱਕ ਆਰਟਿਸਟ ਯਾਰ ਉਹ ਤੁਹਾਡੇ ਵਾਸਤੇ ਕੁਝ ਕਰਨਾ ਚਾਹੁੰਦਾ ਸੀਗਾ। ਬਾਕੀ ਮੈਂ ਗਾਣਿਆਂ ਦੇ ਵਿੱਚ ਵੇਖੋ ਜਿਹੜਾ ਉਹ 'ਤੇ ਇਲਜ਼ਾਮ ਲਾਉਂਦੇ ਆ ਗਨ ਕਲਚਰ ਨੂੰ ਲੈ ਕੇ, ਮੈਨੂੰ ਇਹ ਦੱਸੋ ਹਿੰਦੀ ਦੀ ਕਿਹੜੀ ਫਿਲਮ ਆ ਜਾਂ ਸਾਊਥ ਦੀਆਂ ਕਿਹੜੀਆਂ ਫਿਲਮਾਂ ਆ ਜਿਹਦੇ ਵਿੱਚ ਗਨ ਕਲਚਰ ਨਹੀਂ ਪ੍ਰਮੋਟ ਹੁੰਦਾ। ਅੱਜ ਤੁਸੀਂ ਨੈਟਫਲਿਕਸ ਲਾ ਕੇ ਦੇਖ ਲਓ, ਕਿਤੇ ਗੰਨਾਂ ਦੀਆਂ ਫਿਲਮਾਂ ਨਹੀਂ ਆਉਂਦੀਆਂ। ਕੀ ਗੱਲ, ਉਹਨੇ ਵਿਚਾਰੇ ਨੇ ਇਕੱਲੇ ਨੇ ਗਨ ਕਲਚਰ ਪ੍ਰਮੋਟ ਕੀਤਾ ਸੀਗਾ? ਕੀ ਹੁੰਦਾ ਵੀ ਜਿਹੜਾ ਬੰਦਾ ਜ਼ਿਆਦਾ ਫੇਮਸ ਹੋ ਜਾਂਦਾ ਆ, ਜਿਹੜਾ ਬੰਦਾ ਜ਼ਿਆਦਾ ਮਤਲਬ ਜਿਹਦੇ ਗਾਣੇ ਚੜ੍ਹਨੇ ਸ਼ੁਰੂ ਹੋ ਜਾਂਦੇ, ਜਿਹਦੀ ਚੜ੍ਹਾਈ ਹੋਣੀ, ਹਰ ਕੋਈ ਬੰਦਾ ਉਹਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦਾ ਆ। ਬਸ ਗੱਲ ਇਹ ਹੈ ਜੀ। ਸੋਨੀਆ ਮਾਨ ਜੀ, ਤੁਸੀਂ ਉਹਨਾਂ ਦੇ ਉੱਥੇ ਵੀ ਗਏ ਜਿੱਥੇ ਇਹ ਘਟਨਾ, ਇਹ ਹਾਦਸਾ ਵਾਪਰਿਆ, ਜਵਾਰ ਕੇ ਪਿੰਡ ਹੈ ਨਾ। ਉੱਥੇ ਜਾ ਕੇ ਮੈਨੂੰ ਲੱਗਦਾ ਕੋਈ ਅੱਖ ਹੋਏਗੀ ਜਿਹੜੀ ਨਮ ਨਹੀਂ ਹੋਈ, ਕਿਉਂਕਿ ਸਿੱਧੂ ਦਾ ਅਹਿਸਾਸ ਉੱਥੇ ਇੱਦਾਂ ਹੋ ਰਿਹਾ ਸੀਗਾ ਵੀ ਇੱਥੇ ਹੀ ਉਹ ਕਾਂਡ ਹੋਇਆ ਜਿੱਥੇ ਸਿੱਧੂ ਨੂੰ ਅਖੀਰਲੇ ਟਾਈਮ ਦੇ ਵਿੱਚ ਹੈ ਨਾ, ਮਤਲਬ ਸਾਹ ਲਏ ਆ ਉਹਨਾਂ ਨੇ। ਮੰਦਿਰ ਦੇ ਬਿਲਕੁਲ ਸਾਹਮਣੇ ਦੀ ਥਾਂ ਹੈ। ਸੋ ਤੁਸੀਂ ਉੱਥੇ ਜਾ ਕੇ ਜਦ ਉਹਨਾਂ ਮਾਂ-ਬਾਪ ਨੂੰ ਦੇਖ ਰਹੇ ਸੀ, ਉਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀਗਾ, ਅੰਦਰ ਤੁਸੀਂ ਕੀ ਸੋਚ ਰਹੇ ਸੀ? ਦੇਖੋ, ਮੈਨੂੰ ਤੇ ਉਹਦੇ ਮੰਮਾ ਵੱਲ ਨਹੀਂ ਵੇਖਿਆ ਜਾਂਦਾ, ਉਹਦੇ ਫਾਦਰ ਵੱਲ ਨਹੀਂ ਵੇਖਿਆ ਜਾਂਦਾ। ਆਪਾਂ ਤੇ ਫਿਰ ਵੀ ਘਰ ਵਾਪਸ ਆ ਜਾਂਦੇ ਆ, ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਆ। ਪਰ ਉਹਦੇ ਮਾਂ-ਪਿਓ ਬਾਰੇ ਸੋਚੋ ਯਾਰ। ਉਹਦੇ ਮਾਂ-ਪਿਓ ਨੂੰ ਜਦੋਂ ਤੱਕ ਲੋਕੀ ਮਿਲਣ ਆਉਂਦੇ ਹੋਣਗੇ ਉਦੋਂ ਤੱਕ ਉਹਦੇ ਮਾਂ-ਪਿਓ ਥੋੜ੍ਹਾ ਜਿਹਾ ਹੌਸਲਾ ਹੁੰਦਾ। ਜਦੋਂ ਚੱਲ ਜਾਂਦੇ ਹੋਣਗੇ ਉਦੋਂ ਵਿਚਾਰਿਆਂ ਨੂੰ ਹੌਲ ਪੈਂਦੇ ਹੋਣਗੇ। ਮਤਲਬ ਘਰ ਦੇ ਵਿੱਚ ਬੱਚਾ ਨਹੀਂ ਦਿਖਣਾ ਔਰ ਇੱਕੋ ਬੱਚਾ ਹੋਣਾ, ਵੈਰੀ ਇਮੋਸ਼ਨਲ। ਮੇਰੇ ਤੇ ਗੂਜ਼ ਬੰਪਸ ਖੜੇ ਹੋ ਜਾਂਦੇ ਆ। ਮੈਂ ਨਹੀਂ ਵੇਖ ਸਕਦੀ ਇੰਨਾ ਦੁੱਖ, ਮਤਲਬ ਇੰਨੀਆਂ ਸਾਰੀਆਂ ਚੀਜ਼ਾਂ। ਤੁਸੀਂ ਉਹਨਾਂ ਦੇ ਭਤੀਜੇ ਨਾਲ ਨਜ਼ਰ ਆਏ, ਬਹੁਤ ਹੀ ਕਿਊਟ, ਬਹੁਤ ਵੀਡੀਓਜ਼ ਦੇ ਵਿੱਚ ਉਹਨਾਂ ਦੀ ਮੈਨੂੰ ਲੱਗਦਾ ਇੱਕ ਅਲੱਗ ਹੀ ਫੈਨ ਫੋਲੋਇੰਗ ਬਣੀ ਹੋਈ ਹੈ ਸਿੱਧੂ ਕਰਕੇ। ਤੁਹਾਡੀ ਗੋਦੀ 'ਚ ਸੀਗਾ ਕਿ ਉਹਨੇ ਕੋਈ ਆਪਣੇ ਮਤਲਬ ਆਪਣਾ ਕੋਈ ਫੀਲ ਸਾਂਝਾ ਕੀਤਾ ਉਹ ਸਿੱਧੂ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਨੇ? ਮੈਨੂੰ ਨਾ ਜਦੋਂ ਉਹਨਾਂ ਦਾ ਭਤੀਜਾ ਮੇਰੇ ਕੋਲ ਆਇਆ, ਉਹਦੇ ਆਈ ਥਿੰਕ ਫਾਦਰ ਸੀ, ਉਹਨਾਂ ਨੇ ਮੇਰੇ ਕੋਲ ਛੱਡਿਆ ਹੈ ਨਾ, ਉਹ ਮੇਰੇ ਨਾਲ ਹੀ ਰਿਹਾ ਔਰ ਆਲ ਕੈਂਡਲ ਮਾਰਚ 'ਤੇ ਮੇਰੀ ਗੋਦੀ 'ਚ ਬੈਠਾ ਸੀਗਾ। ਬਹੁਤ ਕਿਊਟ ਆ ਉਹ। ਅਤੇ ਮੈਂ ਉਵੇਂ ਉਹ ਤੋਂ ਪੁੱਛ ਲਿਆ, ਮੈਂ ਕਿਹਾ ਵੀ ਚਾਚੂ ਦਾ ਡਰੀਮ ਆਇਆ ਸੀਗਾ ਤੈਨੂੰ? ਅਤੇ ਕਹਿੰਦਾ ਆਇਆ ਸੀਗਾ। ਅਤੇ ਮੈਂ ਕਿਹਾ ਕੀ ਕਹਿੰਦੇ ਸੀਗੇ ਚਾਚੂ? ਅਤੇ ਕਹਿੰਦਾ ਕਿ ਉਹ ਕਹਿੰਦੇ ਸੀਗੇ ਕਿ ਉਹ ਛੋਟੇ ਹੋਣਗੇ ਅਤੇ ਆਉਣਗੇ ਅਤੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਵੀ ਹੋਣਗੇ ਉਹਨਾਂ 'ਤੇ। ਮਤਲਬ ਅਤੇ ਮੈਂ ਕਿਹਾ ਕਦੋਂ ਆਇਆ ਸੀਗਾ ਸੁਪਨਾ? ਕਹਿੰਦਾ ਪਰਸੋਂ ਆਇਆ ਸੀਗਾ। ਮਤਲਬ ਇੱਕ ਛੋਟਾ ਜਿਹਾ ਬੱਚਾ, ਲਾਈਕ ਮੈਨੂੰ ਲੱਗਦਾ ਵੀ ਸਿੱਧੂ ਦੀ ਉਹਦੇ ਨਾਲ ਬਹੁਤ ਅਟੈਚਮੈਂਟ ਸੀਗੀ। ਔਰ ਛੋਟੇ ਬੱਚੇ ਰੱਬ ਦਾ ਰੂਪ ਹੁੰਦੇ ਆ, ਉਹਨਾਂ ਨੂੰ ਸੁਪਨਾ ਆਇਆ ਸੋ ਕਿਤੇ ਨਾ ਕਿਤੇ ਉਹ ਦੁਬਾਰਾ ਆਊਗਾ। ਔਰ ਇਹ ਗੱਲਾਂ ਤਾਂ ਹੁੰਦੀਆਂ ਹੀ ਨਾ ਕਿ ਤੁਸੀਂ ਫਿਰ ਤੋਂ ਜਨਮ ਲੈ ਕੇ ਆਉਂਦੇ ਹੋ। ਸੋ ਆਈ ਬਿਲੀਵ ਸੋ ਹੋਣਾ ਚਾਹੀਦਾ ਆ। ਮੈਂ ਤਾਂ ਚਾਹੁੰਦੀ ਹਾਂ ਕਿ ਉਹਦੇ ਮੰਮਾ ਪਾਪਾ ਦੇ ਕੋਲ ਵੀ ਬੇਬੀ ਆਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਘਰ ਫਿਰ ਤੋਂ ਆਬਾਦ ਹੋਵੇ ਔਰ ਹਰਿਆ ਭਰਿਆ ਹੋਵੇ। ਜੀ। ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਜਾਣਨਾ ਚਾਹਾਂਗੀ ਕਿ ਉਹਨਾਂ ਦੇ ਪੇਰੈਂਟਸ ਨੇ ਮਜਬੂਰ ਹੋ ਕੇ ਹੁਣ ਕੈਂਡਲ ਮਾਰਚ ਬਾਰੇ ਸੋਚਿਆ। ਸੁਣਿਆ ਜੇ ਇਸ ਤੋਂ ਬਾਵਜੂਦ ਵੀ ਕਿਤੇ ਵੀ ਕੋਈ ਰੋਸ਼ਨੀ ਨਜ਼ਰ ਨਹੀਂ ਆਉਂਦੀ ਇਨਸਾਫ ਦੀ, ਤੇ ਕਿਸ ਤਰੀਕੇ ਦੇ ਨਾਲ ਇਸ ਪੂਰੇ ਕੇਸ ਨੂੰ ਲਿਆ ਜਾਏਗਾ ਜਾਂ ਇਨਸਾਫ ਦੀ ਮੰਗ ਕਰਨ ਦੇ ਲਈ ਹੋਰ ਕੀ ਕੀਤੇ ਜਾਂਦੀਆਂ ਗੱਲਾਂ ਤੁਹਾਡੇ ਵਿਚਕਾਰ ਹੋਈਆਂ ਨੇ, ਜਾਂ ਪੇਰੈਂਟਸ ਦੀ ਜੋ ਇਸ ਟਾਈਮ ਤੇ ਮੰਗ ਹੈ ਕਿ ਜੇ ਹੁਣ ਕੈਂਡਲ ਮਾਰਚ ਦਾ ਰਿਜ਼ਲਟ ਨਹੀਂ ਨਿਕਲਿਆ ਤੇ ਅਸੀਂ ਨੈਕਸਟ ਸਟੈਪ ਆ ਕਰਾਂਗੇ ਤਾਂ ਕਿ ਸਿੱਧੂ ਦੇ ਲਈ ਇਨਸਾਫ ਤਾਂ ਮਿਲੇ? ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਜਿੰਨੇ ਵੀ ਐਮਪੀਸ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਆਪਣੀ ਜਾ ਕੇ ਆਵਾਜ਼ ਚੁੱਕ ਸਕਦੇ ਨੇ, ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਦੇ ਨੇ। ਮੈਨੂੰ ਪਤਾ ਆ ਤੁਹਾਨੂੰ ਇੱਕ ਪਰਟੀਕੂਲਰ ਟਾਈਮ ਮਿਲਦਾ ਆ, ਤੁਹਾਨੂੰ ਇੱਕ ਟੌਪਿਕ ਮਿਲਦਾ ਆ, ਪਰ ਜਿੰਨੇ ਵੀ ਐਮਪੀਸ ਪੰਜਾਬ ਦੇ ਪਾਰਟੀਬਾਜੀ ਤੋਂ ਇੱਕ ਵਾਰੀ ਉੱਠ ਕੇ ਸਾਰੇ ਇਕੱਠੇ ਕਰਕੇ ਸਲਾਹ ਕਰਕੇ ਉਹਦੇ ਮੰਮੀ ਪਾਪਾ ਨੂੰ ਮਿਲ ਕੇ, ਮਤਲਬ ਉਹਨਾਂ ਦਾ ਇੱਕ ਮੁੱਦਾ, ਤੁਸੀਂ ਕਿਸਾਨ ਅੰਦੋਲਨ ਵਾਲੇ ਵੀ ਤੇ ਇਕੱਠੇ ਹੋਏ ਸੀਗੇ ਨਾ, ਸਾਰੇ ਬਹਿੰਦੇ ਸੀਗੇ ਤੁਸੀਂ ਇਸ ਟਾਈਮ ਤੇ। ਕਿਉਂਕਿ ਵੇਖੋ ਸਾਡੇ ਕੋਲ ਜਿੰਨੀ ਕੁ ਪਬਲਿਕ ਕੋਲ ਪਾਵਰ ਹੈ, ਪਬਲਿਕ ਕੋਲ ਪਾਵਰ ਹੈਗੀ ਹੈ, ਪਬਲਿਕ ਕੋਲ ਪਾਵਰ ਹੈ ਤੁਹਾਨੂੰ ਬਣਾ ਕੇ ਪਾਰਲੀਮੈਂਟ 'ਚ ਭੇਜਣਾ, ਤੁਹਾਨੂੰ ਐਮਐਲਏ ਬਣਾ ਕੇ ਵਿਧਾਨ ਸਭਾ 'ਚ ਭੇਜਣਾ। ਬਾਕੀ ਅੱਗੇ ਤੁਸੀਂ ਕਰ ਸਕਦੇ ਹੋ। ਤੁਹਾਡੇ ਅੱਗੇ ਬੇਨਤੀ ਆ ਵੀ ਤੁਸੀਂ ਕਿਤੇ ਨਾ ਕਿਤੇ ਸੈਂਟਰਲ ਗਵਰਨਮੈਂਟ ਦੇ ਕੰਨਾਂ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਕੰਨਾਂ ਦੇ ਵਿੱਚ ਇਹ ਗੱਲ ਪਾਓ ਕਿ ਉਹਦੇ ਮਾਂ ਪਿਓ ਨੂੰ ਇਨਸਾਫ ਦਿਵਾਓ ਔਰ ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ। ਬਿਕਾਜ਼ ਤੁਹਾਡੇ ਕੋਲ ਪਾਵਰ ਹੈ, ਅੱਜ ਤੁਸੀਂ ਕਰ ਸਕਦੇ ਹੋ। ਸੋ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਦੇ ਹਰ ਇੱਕ ਹਲਕੇ ਦੇ ਐਮਐਲਏ ਤੋਂ, ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਸੀਐਮ ਸਾਹਿਬ ਤੋਂ ਵੀ, ਇਨਫੈਕਟ ਸਾਰੇ ਐਮਪੀਸ ਤੋਂ,
ਕਿ ਤੁਸੀਂ ਸਾਰੇ ਜਾਣੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪੰਜਾਬ ਦੀ ਜਨਤਾ ਦੀ ਆਵਾਜ਼ ਸੁਣੋ ਤੇ ਤੁਸੀਂ ਪਲੀਜ਼ ਇਹ ਇੱਕ ਭਾਵੇਂ ਇੱਕ ਮੈਮੋਰੈਂਡਮ ਬਣਾਓ, ਕੁਛ ਵੀ ਬਣਾਓ, ਤੁਸੀਂ ਹਾਈ ਕੋਰਟ ਔਰ ਸੁਪਰੀਮ ਕੋਰਟ 'ਚ ਦਿਓ ਜਾਂ ਪ੍ਰਧਾਨ ਮੰਤਰੀ ਨੂੰ ਦਿਓ ਕਿ ਇਸ ਚੀਜ਼ ਦੇ ਉੱਤੇ ਇਨਸਾਫ ਹੋਣਾ ਚਾਹੀਦਾ ਆ। ਤਦ ਮੈਨੂੰ ਲੱਗਦਾ ਹੈ ਕਿ ਕੁਛ ਪ੍ਰੈਸ਼ਰ ਪੈ ਸਕਦਾ ਹੈ। ਜੀ ਉਮੀਦ ਕਰਦੇ ਹਾਂ ਕਿ ਅਜਿਹਾ ਹੀ ਹੋਏਗਾ ਔਰ ਇਨਸਾਫ ਜਲਦ ਜਿਹੜਾ ਹੈ ਉਹ ਉਹਨਾਂ ਦੇ ਮਾਪੇ ਨੂੰ ਮਿਲੇਗਾ। ਸੋ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ, Thank you. ਬੜਾ ਧੰਨਵਾਦ ਤੁਹਾਡਾ। ਸੋ ਸੋਨੀਆ ਮਾਨ ਜੀ ਦੇ ਨਾਲ ਗੱਲਬਾਤ ਕੀਤੀ ਹੈ, ਬਹੁਤ ਨਿੱਜੀ ਗੱਲਾਂ ਕਹਿ ਲਈਏ, ਨਿੱਜੀ ਜ਼ਿੰਦਗੀ ਦੀ ਗੱਲਾਂ ਹੋ ਗਈਆਂ ਜਾਂ ਸਿੱਧੂ ਦੇ ਇਨਸਾਫ ਨੂੰ ਲੈ ਕੇ ਹੋ ਗਈਆਂ, ਬੜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਔਰ ਅਖੀਰ ਦੇ ਵਿੱਚ ਜੇਕਰ ਉਹਨਾਂ ਨੂੰ ਵੀ ਇਸ ਟਾਈਮ ਚਾਹਤ ਹੈ, ਖੁਆਇਸ਼ ਹੈ ਤੇ ਸਿਰਫ ਉਹਨਾਂ ਦੇ ਮਾਪੇ ਦੇ ਲਈ ਇਨਸਾਫ ਦੀ ਖੁਆਇਸ਼ ਹੈ ਕਿ ਜਲਦ ਉਹਨਾਂ ਨੂੰ ਇਨਸਾਫ ਮਿਲੇ ਤਾਂ ਕਿ ਉਹ ਵੀ ਸਕੂਨ ਤੇ ਚੈਨ ਦੇ ਨਾਲ ਜ਼ਿੰਦਗੀ ਜੀ ਸਕਣ। ਤੁਸੀਂ ਦੇਖ ਰਹੇ ਸੀਗੇ ਇੱਕ ਖਾਸ ਇੰਟਰਵਿਊ, ਇਸੇ ਤਰ੍ਹਾਂ ਕਰਦੇ ਰਹਾਂਗੇ ਅਪਡੇਟ। ਫਿਲਹਾਲ ਦੇ ਲਈ ਦਿਓ ਇਜਾਜ਼ਤ।